ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਹਰਜੀਤ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਮੈਂ ਜੀ ਆਇਆਂ ਆਖਦਾ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦਿਨ ਐਤਵਾਰ ਦਾ ਤੇ ਇੰਦਰਪ੍ਰੀਤ ਜੀ ਬੈਠੇ ਨੇ ਆਪਣੇ ਫਾਰਮ ਹਾਊਸ ਦੇ ਵਿੱਚ। ਸੋ ਗਰਮੀ ਥੋੜੀ ਥੋੜੀ ਲੱਗਦੀ ਹੋਊ, ਬਾਹਰ ਬੈਠੇ ਨੇ ਖੁੱਲੇ ਦੇ ਵਿੱਚ, ਆਪਸ ਦੇ ਕਾਹਲੀ ਦੇ ਵਿੱਚ ਆਉਂਦੇ ਆ ਖਬਰਾਂ ਦੇ ਉੱਤੇ। ਸਭ ਤੋਂ ਅਹਿਮ ਖਬਰ ਕਿ ਕੀ ਚੀਫ ਮਿਨਿਸਟਰ ਦਫ਼ਤਰ ਚੋਂ ਕੋਈ ਆਦੇਸ਼ ਜਾਰੀ ਹੋਏ ਨੇ ਪੰਚਾਇਤਾਂ ਭੰਗ ਕਰਨ ਦੇ ਮਾਮਲੇ 'ਚ, ਅਦਾਲਤ ਵਿੱਚੋਂ ਕਿਰਕਰੀ ਨਾਲ ਬਾਹਰ ਆਉਣ 'ਚ, ਤੇ 2 IAS ਸਸਪੈਂਡ ਕਰਨ ਤੋਂ ਬਾਅਦ ਨਵੀਂ ਜਾਂਚ ਸ਼ੁਰੂ ਕੀਤੀ ਗਈ ਹੈ। ਕਿਸ ਤਰ੍ਹਾਂ ਦੇ ਆਦੇਸ਼ ਹੋਏ ਨੇ, ਫੋਕਸ ਵਿੱਚ ਕੌਣ ਆ, ਸਜ਼ਾ ਕਿੱਥੇ ਲੱਗਣੀ ਹੈ, ਜਾ ਕੇ ਇਹਦੇ ਤੇ ਜਾਂਦੇ ਆ। ਉਂਝ CBI ਨੇ 2 ਨੰਬਰ ਦੇ ਮੰਤਰੀਆਂ ਤੇ ਨਜ਼ਰ ਰੱਖੀ ਹੋਈ ਹੈ। ਤੁਸੀਂ ਕਹੋਗੇ 2 ਨੰਬਰ ਦੇ ਮੰਤਰੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਪਰ ਮੰਤਰੀ ਤਾਂ 2 ਨੰਬਰ ਤੇ ਹੀ ਸੀ ਮਨੀਸ਼ ਸਿਸੋਦੀਆ। ਤੇ ਰੱਬ ਖੈਰ ਹੀ ਕਰੇ, ਸਾਡੇ ਹਰਪਾਲ ਚੀਮਾ ਤੇ ਵਾਹਵਾ ਕੰਮਕਾਜ ਕਰਦੇ ਆ, ਕਿਤੇ 2 ਨੰਬਰ ਵਾਲੇ ਮੰਤਰੀ ਤੇ ਇੱਥੇ ਵੀ ਨਜ਼ਰ ਨਾ ਹੋਵੇ। ਐਸੀਆਂ ਖਬਰਾਂ ਤੁਰਦੀਆਂ ਰਹਿੰਦੀਆਂ। ਉੱਥੇ ਸੱਤਾ ਦੇ ਗਲਿਆਰਿਆਂ 'ਚ ਅਸੀਂ ਕੌਣ ਹੁੰਨੇ ਗੱਲ ਕਰਨ ਵਾਲੇ, ਉੱਥੇ ਜਾਂਦੇ ਆ। ਤੇ ਖਾਸਾ ਡਿਸਟਿਲਰੀ, ਇਹ ਵੀ ਐਕਸਾਈਜ਼ ਵਾਲਿਆਂ ਕੋਲ ਹੀ ਆਉਂਦੀ ਆ, ਚੀਮਾ ਸਾਹਿਬ ਹੀ ਦੇਖਦੇ ਆ। ਉਹ ਕਹਿ ਤਾਂ ਰਹੇ ਆ ਵੀ ਆਪਾਂ ਸਖਤੀ ਕਰ ਰਹੇ ਆ, ਪਰ ਇੱਥੇ ਕੁਝ ਝੋਲ ਵੀ ਲੱਗਦਾ। ਖਾਸਾ ਡਿਸਟਿਲਰੀ, ਪੁਰਾਣੀ ਸਭ ਤੋਂ ਸ਼ਰਾਬ ਦੀ ਫੈਕਟਰੀ ਅੰਮ੍ਰਿਤਸਰ ਦੇ ਐਨ ਨੇੜੇ। ਤੀਜੀ ਗੱਲ, ਕੈਪਟਨ ਅਮਰਿੰਦਰ ਸਿੰਘ ਨੂੰ ਸਫਾਈ ਕਿਉਂ ਦੇਣੀ ਪੈ ਗਈ? ਵੈਸੇ ਉਧਰ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਹਿੰਦੇ ਸੀ ਛੱਲੀਆਂ ਵੇਚਣ ਵਾਲੇ ਲੈ ਲਾਂਗੇ, ਇਹਨਾਂ ਨੂੰ ਨਹੀਂ ਲੈਂਦੇ, ਤੇ ਕੈਪਟਨ ਸਾਹਿਬ ਕਹਿੰਦੇ ਮੈਂ ਆਉਂਦਾ ਨਹੀਂ। ਹੁਣ ਇਹ ਗੱਲ ਦੋਨਾਂ ਦੇ ਵਿੱਚ ਵਿਚਾਲੇ ਵਾਲੀ ਕੀ ਆ, ਉੱਤੇ ਜਾਂਦੇ ਆ। BJP ਲੋਕ ਸਭਾ 'ਚ ਜਾਣ ਤੋਂ ਪਹਿਲਾਂ ਵੱਡੇ ਕਾਲ ਸੈਂਟਰਾਂ ਦੇ ਨਾਲ ਤੁਰੂਗੀ। ਹਰੇਕ ਹਲਕੇ ਦੇ ਵਿੱਚ ਹਰ ਬੰਦਾ ਪਹੁੰਚ ਵਿੱਚ ਹੋਊਗਾ। ਔਰ ਉਧਰ ਭਾਰਤ ਮੁਹਿੰਮ ਨੂੰ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਥੋੜਾ ਜਿਹਾ ਹੁਲਾਰਾ ਦਿੱਤਾ। ਆਖਰ 'ਚ ਜਾਵਾਂਗੇ, ਸਾਡੇ ਗੁਆਂਢੀ ਸੂਬੇ 'ਚ ਅਕਾਲੀ ਪੋਲਿਟਿਕਸ ਨਵੇਂ ਰੰਗ ਲੈ ਰਹੀ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਮੈਨੂੰ ਸਮਝਾਓ ਕੀ ਹੋ ਰਿਹਾ CMO 'ਚ? ਮੁੱਖ ਮੰਤਰੀ ਬਹੁਤੀ ਵਾਰੀ ਬਾਹਰ ਹੁੰਦੇ ਨੇ, ਲੇਕਿਨ CMO ਐਕਟਿਵ ਰਹਿੰਦਾ, ਮਤਲਬ ਚੀਫ ਮਿਨਿਸਟਰ ਦਾ ਦਫ਼ਤਰ। ਪੰਚਾਇਤਾਂ ਵਾਲੇ ਮਾਮਲੇ ਨੂੰ ਤਾਂ ਹੁਣ ਮੈਂ ਪੁਰਾਣਾ ਸਮਝਦਾ ਸੀ, ਇਹ ਮੁੜ ਕਿਉਂ ਸੁਰਖੀ ਵਿੱਚ ਆ? ਕੀ ਨਵੀਂ ਡਿਵੈਲਪਮੈਂਟ ਆ? ਹੁਣ ਕਿਹਨੂੰ ਸਜ਼ਾ ਲਾਉਣ ਦਾ ਮਨ ਹੈ? ਕੀ AG ਦਾ ਦਫ਼ਤਰ ਨਿਸ਼ਾਨੇ ਤੇ ਆ, ਕੋਈ ਹੋਰ IAS ਨਿਸ਼ਾਨੇ ਤੇ ਆ? ਤੇ ਮੈਨੂੰ ਦੱਸਿਓ ਜ਼ਰਾ ਖੋਲ ਕੇ ਕਹਾਣੀ ਕੀ ਆ ਹੁਣ। ਰੰਧਾਵਾ ਸਾਹਿਬ, ਜਿਹੜਾ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਵੀ ਐਪੀਸੋਡ ਹੋਇਆ, ਹੁਣ ਆਪਾਂ ਕਈ ਵਾਰ ਡਿਸਕਸ ਕਰ ਚੁੱਕੇ, ਮੈਂ ਬਹੁਤੀ ਉਸ 'ਚ ਵਿਸਤਾਰ 'ਚ ਨਹੀਂ ਜਾਂਦਾ। ਉਹ ਸਾਰਾ ਹੋਇਆ ਕਿਉਂ, ਉਹਨੂੰ ਲੈ ਕੇ ਇੱਕ ਜਾਂਚ ਸ਼ੁਰੂ ਹੋਈ ਹੈ। ਉਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਸ ਮਾਮਲੇ 'ਚ ਮੁੱਖ ਮੰਤਰੀ ਨੇ ਜਿਹੜੇ 2 ਅਧਿਕਾਰੀ IAS ਅਧਿਕਾਰੀ ਜਿਹੜੇ ਹੈਗੇ ਨੇ, DK ਤਿਵਾਰੀ ਔਰ ਗੁਰਪ੍ਰੀਤ ਸਭ ਜਿਹੜੇ ਹੈਗੇ ਆਪਣੇ, ਉਹਨਾਂ ਨੂੰ ਖਹਿਰਾ, ਉਹਨਾਂ ਨੂੰ ਜਿਹੜਾ ਨਿਲੰਬਿਤ ਕੀਤਾ, ਸਸਪੈਂਡ ਕੀਤਾ, ਉਹ ਵਾਲਾ ਕੇਸ ਜਿਹੜਾ ਹੈਗਾ ਉਹ ਗਵਰਨਮੈਂਟ ਆਫ ਇੰਡੀਆ ਨੂੰ ਜਾਣਾ ਹੈ। ਕਿਉਂਕਿ ਉਹ ਕਿਸੇ ਵੀ, ਤੁਹਾਨੂੰ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਕਿਸੇ ਵੀ ਅਧਿਕਾਰੀ ਨੂੰ ਸਸਪੈਂਡ ਜੇ ਕਰ ਦਿੰਦੇ ਆ ਤਾਂ ਉਹ ਅਪਰੂਵਲ ਜਿਹੜੀ ਹੁੰਦੀ ਹੈ ਉਹਦੇ ਤੇ ਕੇਸ ਚਲਾਉਣ ਦੀ ਜਾਂ ਜੋ ਵੀ ਕੁਝ ਕਰਨਾ ਹੈ, ਉਹ ਸਾਰੀ ਦੀ ਸਾਰੀ ਅਪਰੂਵਲ ਹੈਗੀ ਹੈ ਗਵਰਨਮੈਂਟ ਆਫ ਇੰਡੀਆ ਤੋਂ ਆਉਣੀ। ਤਾਂ ਗਵਰਨਮੈਂਟ ਆਫ ਇੰਡੀਆ ਨੂੰ ਤੁਹਾਨੂੰ ਪਹਿਲਾਂ ਇਹ ਦੱਸਣਾ ਤਾਂ ਪਊਗਾ ਨਾ ਵੀ ਅਸੀਂ ਸਸਪੈਂਡ ਕਿਉਂ ਕੀਤਾ, ਹੁਣ ਸਸਪੈਂਸ਼ਨ ਦੇ ਕਾਰਨ ਕੀ ਰਹੇ ਨੇ। ਤਾਂ ਉਹ ਇੱਕ ਜਿਹੜੀ ਜਾਂਚ ਹੁੰਦੀ ਹੈ ਪ੍ਰੋਪਰ ਕਿ ਆਹ ਚੀਜ਼ ਸੀਗੀ, ਇਹ ਫੈਸਲਾ ਇਸ ਅਧਿਕਾਰੀ ਨੇ ਗਲਤੀ ਨਾਲ ਲਿਆ ਜਿਹਦੇ ਕਰਕੇ ਸਰਕਾਰ ਦੀ ਕਿਰਕਰੀ ਹੋਈ, ਜੋ ਵੀ ਆ ਸਾਰਾ ਇਹ ਕੇਸ ਪੂਰਾ ਪ੍ਰੋਪਰ ਬਣਾਇਆ ਜਾਊਗਾ। ਤਾਂ ਉਹ ਜਿਹੜੀ ਜਾਂਚ ਹੈ ਉਹ ਆਰੰਭੀ ਗਈ ਹੈ ਤੇ ਉਹਦੀ ਇੱਕ ਰਿਪੋਰਟ ਤਿਆਰ ਕਰਕੇ ਜਿਹੜਾ, ਕਿਉਂਕਿ 15, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ 15 ਦਿਨ ਤੋਂ 1 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਹੈਗੀ ਹੈ ਗਵਰਨਮੈਂਟ ਆਫ ਇੰਡੀਆ ਨੂੰ ਭੇਜਣੀ ਜ਼ਰੂਰੀ ਹੈ ਫਾਈਲ। ਸੋ ਉਹ ਵਾਲੀ ਪਹਿਲਾਂ ਤਾਂ ਉਹ ਸਿਰਫ ਇੰਟੀਮੇਟ ਕਰਦੇ ਆ ਉਹਨਾਂ ਨੂੰ ਕਿ ਅਸੀਂ ਆਹ 2 ਅਧਿਕਾਰੀ ਸਸਪੈਂਡ ਕਰਤੇ, ਠੀਕ ਹੈ। ਉਸ ਤੋਂ ਬਾਅਦ ਇੱਕ ਪੂਰੀ ਡਿਟੇਲ ਰਿਪੋਰਟ ਬਣ ਕੇ ਜਾਂਦੀ ਹੈ ਕਿ ਕਿਉਂ ਅਧਿਕਾਰੀ ਇਹ ਸਸਪੈਂਡ ਕੀਤੇ ਨੇ। ਫਿਰ ਗਵਰਨਮੈਂਟ ਆਫ ਇੰਡੀਆ ਜਿਹੜੀ ਹੈਗੀ ਆ, ਉਹਨਾਂ ਦਾ ਜਿਹੜਾ ਪਰਸੋਨਲ ਡਿਪਾਰਟਮੈਂਟ ਹੈ, ਉਹ ਇਸ ਦੀ ਮਤਲਬ ਰਿਪੋਰਟ ਤੋਂ ਪੂਰਾ ਸੰਤੁਸ਼ਟ ਹੈ ਕਿ ਨਹੀਂ ਸੰਤੁਸ਼ਟ, ਜਾਂ ਉਹਦੀਆਂ ਕੋਈ ਕੁਐਰੀਜ਼ ਨੇ, ਉਹ ਸਾਰੀਆਂ ਚੀਜ਼ਾਂ ਦਾ ਇੱਕ ਉਹ ਬਣਾ ਕੇ ਗਵਰਨਮੈਂਟ ਆਫ ਪੰਜਾਬ ਨੂੰ ਭੇਜੇਗਾ। ਜੇ ਉਹ ਸੰਤੁਸ਼ਟ ਹੈ ਤਾਂ ਫਿਰ ਗਵਰਨਮੈਂਟ ਆਫ ਪੰਜਾਬ ਨੇ ਜੋ ਵੀ ਫੈਸਲਾ ਲਿਆ ਉਸ ਤੇ ਅੱਗੇ ਵਧਣ ਨੂੰ ਕਹੇਗਾ। ਲੇਕਿਨ ਅਗਰ ਨਹੀਂ ਸੰਤੁਸ਼ਟ ਹੈਗਾ ਤਾਂ ਫਿਰ ਇੱਕ ਪੂਰੀ ਡਿਟੇਲ ਜਿਹੜੀ ਕੁਐਸਚਨਰ ਜਿਹੜਾ ਹੁੰਦਾ ਉਹ ਤਿਆਰ ਕਰਕੇ ਭੇਜਿਆ ਜਾਂਦਾ। ਤੁਹਾਨੂੰ ਯਾਦ ਹੋਊਗਾ ਕਿ ਇਸ ਤਰ੍ਹਾਂ ਹੀ ਪਹਿਲਾਂ ਆਪਾਂ ਇੱਕ ਵਾਰੀ ਜ਼ਿਕਰ ਕੀਤਾ ਸੀਗਾ ਕਿ ਜਿਹੜੇ 4 IFS ਫੋਰੈਸਟ ਵਾਲੇ ਘੁਟਾਲੇ ਦੇ ਵਿੱਚ ਪਕੜੇ ਗਏ ਸੀਗੇ, ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ, ਉਹਨਾਂ ਸਾਰਿਆਂ ਦੇ ਮਾਮਲੇ 'ਚ ਅਜੇ ਤੱਕ ਗਵਰਨਮੈਂਟ ਆਫ ਇੰਡੀਆ ਦੀ ਕੋਈ ਅਪਰੂਵਲ ਨਹੀਂ ਆਈ ਹੈ। ਸਰਕਾਰ ਨੇ ਉਹਨਾਂ ਨੂੰ ਅਪਰੂਵਲ ਵਾਸਤੇ ਕੇਸ ਭੇਜਿਆ ਸੀ, ਪੂਰੀ ਡਿਟੇਲ ਵੀ ਭੇਜੀ, ਪਰ ਉਹਨਾਂ ਨੇ ਬਹੁਤ ਸਾਰੇ ਕੁਐਸਚਨ ਉਸ 'ਚ ਰਾਈਜ਼ ਕਰਤੇ ਕਿ ਆਹ ਦੱਸੋ, ਤੇ ਹਜੇ ਤੱਕ ਯਾਨੀ ਕਿ ਮੈਂ ਜਦੋਂ 10-15 ਦਿਨ ਪਹਿਲਾਂ ਤੱਕ ਇਹ ਕੇਸ ਦੇ ਪਿੱਛੇ ਲੱਗਿਆ ਹੋਇਆ ਸੀ
ਵੀ ਕੀ ਉਹਨਾਂ ਨੇ ਲਿਖਿਆ, ਉਦੋਂ ਤੱਕ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਵੀ ਕੀ ਇਹ ਜਿਹਾ ਉਹਨਾਂ ਨੇ ਪੁੱਛਿਆ ਜਿਹਦਾ ਜਵਾਬ ਹਜੇ ਤੱਕ ਇਹਨਾਂ ਕੋਲੋਂ ਤਿਆਰ ਨਹੀਂ ਹੋ ਸਕਿਆ। ਸੋ ਹਜੇ ਤੱਕ ਤੁਸੀਂ ਦੇਖ ਲਓ, ਆਪਾਂ ਮੈਨੂੰ ਲੱਗਦਾ ਕਿ 6 ਮਹੀਨੇ ਤੋਂ ਉੱਪਰ ਹੋ ਚੁੱਕਿਆ ਉਸ ਕੇਸ ਨੂੰ, ਤੇ ਹਜੇ ਤੱਕ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਸੋ ਉਸੇ ਤਰ੍ਹਾਂ ਦੀ ਜਿਹੜੀ ਹੁਣ ਕਾਰਵਾਈ ਇਸ ਤਰ੍ਹਾਂ ਵੀ ਗਈ ਹੈ। ਠੀਕ ਹੈ, ਔਰ ਇਹਦੇ ਵਿੱਚ ਜਾਂਚ ਬਕਾਇਦਗੀ ਨਾਲ ਹੋਊਗੀ ਔਰ ਜ਼ਿੰਮੇਵਾਰੀ ਤੈਅ ਕੀਤੀ ਜਾਊਗੀ ਕਿ ਫਾਲਟ ਕਿੱਥੇ ਸੀ, ਗਲਤੀ ਕਿੱਥੇ ਹੋਈ। ਇਹ ਵੀ ਸਵਾਲ ਘੁੰਮ ਰਿਹਾ ਸੀਗਾ ਕਿ ਹੁਣ ਜਾਂਚ ਦੇ ਵਿੱਚ ਜ਼ਿੰਮੇਵਾਰੀ ਕਿਹਦੇ ਤੇ ਤੈਅ ਹੋਊਗੀ। ਕੀ ਇਹ ਕੇਸ ਪ੍ਰੋਪਰ ਤਰੀਕੇ ਨਾਲ ਲੜਿਆ ਨਹੀਂ ਗਿਆ ਅਦਾਲਤ ਵਿੱਚ? ਕਿਹਨੇ ਅਸ਼ੋਕ ਅਗਰਵਾਲ ਸਾਬਕਾ ਐਡਵੋਕੇਟ ਜਨਰਲ ਜਿਹੜੇ ਅਕਾਲੀ ਸਰਕਾਰ ਵੇਲੇ ਸੀਗੇ, ਉਹਨਾਂ ਨੂੰ ਕਿਹਨੇ ਹਾਇਰ ਕੀਤਾ? ਇੱਕ ਦਿਨ ਲਈ ਹਾਇਰ ਕੀਤਾ ਗਿਆ, ਪ੍ਰਵਾਨਗੀ ਕਿੱਥੋਂ ਲਈ? ਇਹ ਵੀ ਸਵਾਲ ਉੱਠ ਰਹੇ ਸੀਗੇ। ਔਰ ਇਸ ਤੋਂ ਪਹਿਲਾਂ ਕਿ ਵੱਖ-ਵੱਖ ਮੌਕਿਆਂ ਤੇ ਜਿਹੜੇ ਮੰਤਰੀ ਨੇ ਔਰ ਮੁੱਖ ਮੰਤਰੀ ਆ, ਕੀ ਉਹਨਾਂ ਨੂੰ ਬਕਾਇਦਗੀ ਨਾਲ ਹਰ ਚੀਜ਼ ਤੋਂ ਜਾਣੂ ਕਰਵਾਇਆ ਗਿਆ ਸੀ ਸੰਬੰਧਿਤ ਅਧਿਕਾਰੀਆਂ ਵੱਲੋਂ? ਕਾਨੂੰਨੀ ਨੁਕਤਾ ਨਜ਼ਰ ਤੋਂ ਸਾਰੇ ਪੱਖ ਵਾਚ ਲਏ ਗਏ ਸੀ? ਕੀ ਇਹਦੇ ਵਿੱਚ ਏਜੀ ਦਫ਼ਤਰ ਨੂੰ ਵੀ ਕਟਹਿਰੇ 'ਚ ਖੜਾ ਕੀਤਾ ਜਾ ਰਿਹਾ ਜਿੰਦਰਪ੍ਰੀਤ ਜੀ? ਦੇਖੋ, ਜਿਹੜੀ ਜਾਂਚ ਹੈ ਉਹ ਤਾਂ ਪ੍ਰੋਪਰ ਫਿਰ ਸਾਰੇ ਪਹਿਲੂਆਂ ਤੋਂ ਹੀ ਹੋਏਗੀ, ਪਰ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਅਸ਼ੋਕ ਅਗਰਵਾਲ ਨੂੰ ਹਾਇਰ ਕਰਨ ਦਾ, ਉਹ ਸਿਰਫ ਉਹ ਬਹੁਤ ਬਾਅਦ ਵਾਲਾ ਕੇਸ ਹੈ। ਉਹ ਕੇਸ ਉਦੋਂ ਦਾ ਜਦੋਂ ਇਹ ਕੇਸ ਕੋਰਟ 'ਚ ਆ ਗਿਆ। ਇਸ ਤੋਂ ਪਹਿਲਾਂ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਵੀ ਪੰਚਾਇਤਾਂ ਨੂੰ ਭੰਗ ਕਿਉਂ ਕੀਤਾ, ਉਹਦੇ ਲਈ ਕੀ ਬਣਾਈ ਗਈ ਥਿਉਰੀ ਕੀ ਘੜੀ ਗਈ ਵੀ ਉਹਨੂੰ ਭੰਗ ਕਰਨਾ ਕਿਉਂ ਜ਼ਰੂਰੀ ਹੈ, ਇਹ ਸਾਰੇ ਲਈ ਕੌਣ ਜ਼ਿੰਮੇਵਾਰ ਹੈ, ਇਹ ਸਾਰਾ ਪੱਖ ਤਾਂ ਆਊਗਾ ਇਹਨਾਂ ਦੇ ਉੱਤੇ ਜਿਹੜੇ ਆਪਣੇ ਆਫੀਸਰਸ ਨੇ। ਬਾਕੀ ਕੇਸ ਦੀ ਲੜਨਾ ਕਿਵੇਂ ਹੈ, ਉਹ ਸਾਰਾ ਪੱਖ ਆਊਗਾ ਏਜੀ ਦਫ਼ਤਰ ਦੇ ਉੱਤੇ। ਏਜੀ ਦਫ਼ਤਰ ਨੇ ਕਿਹਨੂੰ ਹਾਇਰ ਕਰਨਾ, ਕਿਹਨੂੰ ਨਹੀਂ ਕਰਨਾ, ਇਹ ਇੱਕ ਬਣਾ ਕੇ ਭੇਜਦੇ ਆ ਸਟੇਟਮੈਂਟ। ਡਿਪਾਰਟਮੈਂਟ ਦੀ ਅਪਰੂਵਲ ਲੈਂਦੇ ਆ ਪਹਿਲਾਂ, ਜਿਹੜਾ ਜਿਹਨੇ ਹਾਇਰ ਕਰਨਾ ਜਾਂ ਜਿਹਨੇ ਪੇਮੈਂਟ ਕਰਨੀ ਹੈ, ਉਹ ਸਾਰੀ ਅਪਰੂਵਲ ਪਹਿਲਾਂ ਲੈਂਦੇ ਆ। ਫਿਰ ਉਸ ਤੋਂ ਬਾਅਦ ਇਹ ਹੋਮ ਡਿਪਾਰਟਮੈਂਟ ਕੋਲ ਆਉਂਦਾ, ਕਿਉਂਕਿ ਹੋਮ ਐਂਡ ਜਸਟਿਸ ਜਿਹੜਾ ਡਿਪਾਰਟਮੈਂਟ ਹੈ ਉਹੀ ਏਜੀ ਡਿਪਾਰਟਮੈਂਟ ਦਾ ਇੱਕ ਤਰ੍ਹਾਂ ਦਾ ਏਡੀ ਡਿਪਾਰਟਮੈਂਟ ਵੀ ਹੈ, ਉਹੀ ਤੈਅ ਕਰਦਾ ਹੈ ਕਿ ਹਾਂ ਅਸੀਂ ਇਹ ਪੇਮੈਂਟ ਕਰਾਂਗੇ ਕਿ ਨਹੀਂ ਕਰਾਂਗੇ। ਇਹ ਉਸ ਤੋਂ ਬਾਅਦ ਵਾਲੇ ਪਹਿਲੂ ਨੇ। ਯਾਨੀ ਜਦੋਂ ਆਪਾਂ ਕੋਈ ਕਿਸੇ ਚੀਜ਼ ਦੇ ਕੇਸ ਦੀ ਜਾਂਚ ਕਰਦੇ ਹਾਂ, ਉਸ ਤੋਂ ਬਾਅਦ ਫਿਰ ਸਾਰੇ ਪਹਿਲੂ ਉਹਦੇ ਵਿੱਚ ਲੈਂਦੇ ਹਾਂ ਕਿ ਇਹ ਹਾਰ ਵੀ ਕਿਉਂ ਹੋਈ ਸਾਡੀ, ਸਾਨੂੰ ਨਮੋਸ਼ੀ ਕਿਉਂ ਸਹਿਣੀ ਪਈ। ਇਹ ਸਾਰੀ ਚੀਜ਼ਾਂ ਜਦੋਂ ਆਉਣਗੀਆਂ ਉਹਦੇ ਵਿੱਚ ਏਜੀ ਡਿਪਾਰਟਮੈਂਟ ਵੀ ਜ਼ਰੂਰ ਆਏਗਾ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਦਰਅਸਲ ਇਹ ਮਾਮਲਾ ਸਰਕਾਰ ਦੀ ਵਰਕਿੰਗ ਨਾਲ ਜੁੜਿਆ। ਜਦੋਂ ਕੋਈ ਜਾਂਚ ਹੋਣੀ ਹੈ ਉਹਨੂੰ ਬੜੇ ਉੱਚ ਪੱਧਰ ਤੇ ਕਰਨਾ ਲੋੜੀਂਦਾ ਹੈ, ਕਿਉਂਕਿ ਇਹ ਫੈਸਲਾ ਬੁਨਿਆਦੀ ਤੌਰ ਤੇ ਕਿਹਨੇ ਲਿਆ, ਇਹ ਸਵਾਲ ਜ਼ਰੂਰ ਖੜਾ ਹੋਊਗਾ ਜਦੋਂ ਵੀ ਜਾਂਚ ਤੁਰੂਗੀ ਕਿ ਸਭ ਤੋਂ ਪਹਿਲਾ ਖਿਆਲ ਕਿੱਥੋਂ ਆਉਂਦਾ। ਕੀ ਉਹ ਬਿਊਰੋਕ੍ਰੇਸੀ ਚੋਂ ਆਉਂਦਾ ਜਾਂ ਕਿਸੇ ਸਿਆਸੀ ਬੰਦੇ ਨੇ ਲਿਆ ਜਾਂ ਸਿਆਸੀ ਬੰਦੇ ਦੇ ਕਿਸੇ ਉੱਪਰਲੇ ਬੌਸ ਨੇ ਲਿਆ? ਇਹ ਤਾਂ ਜ਼ਰੂਰ ਆਉਣਾ ਚਾਹੀਦਾ, ਇਹਨੂੰ ਨਹੀਂ ਛੱਡ ਲੈਣਾ ਚਾਹੀਦਾ। ਤੇ ਉਸ ਤੋਂ ਬਾਅਦ ਫਿਰ ਪੜਾਅ ਦਰ ਪੜਾਅ ਇਹਦੇ ਕਾਨੂੰਨੀ ਨੁਕਤਾ ਸੀਗੇ, ਉਹਨਾਂ ਤੇ ਕਿਹਨੇ ਨਜ਼ਰਸਾਨੀ ਕੀਤੀ, ਕਿਹਦੀ ਰਾਏ ਲਈ, ਫਾਈਲ ਦੇ ਉੱਤੇ ਕੀ ਆ, ਇਹ ਸਾਰੀਆਂ ਜ਼ਿੰਮੇਵਾਰੀਆਂ ਤੈਅ ਹੋਣ ਤੋਂ ਬਾਅਦ ਅਦਾਲਤ ਵਿੱਚ ਕੇਸ ਪ੍ਰੋਪਰ ਤਰੀਕੇ ਨਾਲ ਕਿਉਂ ਨਹੀਂ ਲੜਿਆ ਗਿਆ, ਇੱਥੋਂ ਤੱਕ ਆਉਣਾ ਬਣਦਾ ਹੈ। ਕਿਉਂਕਿ ਜੇਕਰ ਤੁਸੀਂ ਜ਼ਿੰਮੇਵਾਰੀ ਤੈਅ ਕਰਨੀ, ਜਿਹਨੂੰ ਵੀ ਤੁਸੀਂ ਜ਼ਿੰਮੇਵਾਰੀ ਤੈਅ ਕਰਕੇ ਜਿਹਨੂੰ ਵੀ ਤੁਸੀਂ ਘੇਰੇ 'ਚ ਲਿਆਉਂਦੇ ਉਹਨੂੰ ਸਸਪੈਂਡ ਕਰ ਲੈਂਦੇ। ਇੱਥੇ ਵੀ ਇਹ ਕਾਲ ਹੋਈ, ਪਹਿਲਾਂ ਵੀ ਕਾਲ ਹੋਈ, ਇਹ ਮੰਨਿਆ ਜਾਣਾ ਬਣਦਾ। ਭਾਸਕਰ ਸਾਹਿਬ, ਅੱਗੇ ਚੱਲਦੇ ਹਾਂ ਆਪਾਂ। ਇੰਦਰਪ੍ਰੀਤ ਜੀ, ਤੁਹਾਡੇ ਕੋਲ ਅਗਲਾ ਮੁੱਦਾ ਲੈ ਕੇ ਆਉਣਾ ਸੀਬੀਆਈ ਵਾਲਾ। ਇਹ ਵੀ ਸੱਤਾ ਦੇ ਘੇਰਿਆਂ 'ਚ ਇੱਕ ਖੌਫ ਦੀ ਕਹਾਣੀ ਹੈ। ਅੱਜ ਕੱਲ ਉੱਥੇ ਚਰਚਾ ਹੀ ਇਹੀ ਚੱਲ ਰਹੀ ਹੈ। 2 ਦਿਨ ਤੋਂ ਲਗਾਤਾਰ, ਪਰਸੋਂ ਸ਼ਾਮ ਤੋਂ ਲੈ ਕੇ ਅੱਜ ਸਵੇਰੇ ਪ੍ਰੋਗਰਾਮ ਕਰਨ ਤੱਕ, ਜਦੋਂ ਵੀ ਕਿਤੇ ਤੁਸੀਂ ਨੌਕ ਕਰਦੇ ਹੋ ਤਾਂ ਸਾਰੇ ਗੱਲ ਇਹੋ ਹੀ ਕਰਦੇ ਆ ਕਿ ਗੱਲ ਤਾਂ ਖਰਾਬ ਹੋ ਰਹੀ ਹੈ। ਗੱਲ ਤਾਂ ਉਹੋ ਹੀ ਆ ਜਿੱਧਰ ਤੁਸੀਂ ਸਮਝਣਾ ਚਾਹੁੰਦੇ ਹੋ ਕਿ ਕਿਸੇ ਨੂੰ ਹੱਥ ਪਾਇਆ ਜਾਊਗਾ, ਕਿਹਨੂੰ ਪਾਇਆ ਜਾਊਗਾ, ਬਲੀ ਦਾ ਬੱਕਰਾ ਕੌਣ ਬਣੂਗਾ, ਇਹ ਸਵਾਲ ਹੈ। ਪਰ ਭਾਸਕਰ ਸਾਹਿਬ, ਸਿੱਧੇ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਵੱਲ ਨੂੰ ਚਲੇ ਜਿਓ। ਉਹਨਾਂ ਬੈਠੇ ਬਿਠਾਇਆ ਕੱਲ ਬਿਆਨ ਦਿੱਤਾ ਕਿ ਮੈਂ ਹੁਣ ਮੋਦੀ ਸਾਹਿਬ ਜੀ ਨੂੰ, ਸ਼ਾਹ ਜੀ ਨੂੰ ਔਰ ਅਮਿਤ ਨੱਡਾ ਜੀ ਨੂੰ ਸਮਰਪਿਤ ਹੈ, ਵਚਨਬੱਧ ਹੈ। ਹੁਣ ਮੈਂ ਸੋਨੀਆ ਗਾਂਧੀ ਜਾਂ ਕਿਸੇ ਵੱਲ ਨਹੀਂ ਜਾ ਰਿਹਾ। ਮੈਂ ਇੱਕ ਚੀਜ਼ ਬਹੁਤ ਕਲੀਅਰ ਕਰ ਦਿਆਂ, ਇਹਨਾਂ ਖਬਰਾਂ ਤੋਂ ਪਹਿਲਾਂ ਇਹ ਖਬਰ ਬਹੁਤ ਪੁਰਾਣੀ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਔਰ ਸੁਖਜਿੰਦਰ ਸਿੰਘ ਰੰਧਾਵਾ 'ਚ ਹੀਟ ਐਕਸਚੇਂਜ ਹੋ ਰਹੀ ਸੀ ਮੁਖਤਾਰ ਅੰਸਾਰੀ ਨੂੰ ਲੈ ਕੇ, ਇੱਕ ਫੋਨ ਕਾਲ ਦਾ ਜ਼ਿਕਰ ਉਹਨਾਂ ਦਿਨਾਂ 'ਚ ਹੁੰਦਾ ਰਿਹਾ ਸੀ ਕਿ ਕੋਈ ਵੱਡੇ ਘਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਾਲ ਆਈ ਸੀਗੀ ਹਾਲ ਹਵਾਲ ਜਾਣਨ ਲਈ। ਮਾਮਲੇ ਕੋਈ ਸਾਂਝੇ ਜਿਹੇ ਪੁਰਾਣੇ ਲੱਗਦੇ ਆ ਕਿ ਦੇਖਿਓ ਸੇਕ ਕਿਸੇ ਹੋਰ ਪਾਸੇ ਨਾ ਚਲੇ ਜਾਏ, ਲੜਾਈ ਕੋਈ ਹੋਰ ਹੁੰਦੀ ਆ, ਖਬਰ ਕੋਈ ਹੋਰ ਬਣ ਜਾਂਦੀ ਆ। ਚਲੋ ਇਹਦੇ ਉੱਤੇ ਮੈਂ ਅਗਲੀ ਗੱਲ ਉਦੋਂ ਕਰੂੰਗਾ ਜਦੋਂ ਭਾਸਕਰ ਸਾਹਿਬ ਗੱਲ ਕਰ ਲੈਣਗੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਜ਼ਿਕਰ ਅੱਜ ਤਦ ਆਇਆ ਜਦ ਕੈਪਟਨ ਅਮਰਿੰਦਰ ਸਿੰਘ ਨੇ ਚੇਚੇ ਤੌਰ ਤੇ ਨਾ ਕੀਤੀ ਕਿ ਮੇਰੀ ਸੋਨੀਆ ਗਾਂਧੀ ਉਹਨਾਂ ਨਾਲ ਕੋਈ ਮੁਲਾਕਾਤ ਨਹੀਂ ਹੋਈ। ਔਰ ਉਸ ਤੋਂ ਪਹਿਲੇ ਇਹ ਅਫਵਾਹ ਉੜੀ ਸੀਗੀ ਕਿ ਸੋਨੀਆ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਹੋਈ। ਔਰ ਇਸ ਅਫਵਾਹ ਨੂੰ ਹੋਰ ਹਵਾ ਮਿਲੀ ਤਦ
ਜਦ ਰਾਜਾ ਵੜਿੰਗ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਹੈ ਕਿ ਬਹੁਤ ਸਾਰੇ ਕਾਂਗਰਸ ਦੇ ਪੂਰਵ ਮੰਤਰੀ ਜਿਹੜੇ ਭਾਜਪਾ ਜੁਆਇਨ ਕਰ ਗਏ ਸੀਗੇ ਉਹ ਹੁਣ ਦੁਬਾਰਾ ਕਾਂਗਰਸ ਜੁਆਇਨ ਕਰ ਸਕਦੇ ਨੇ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਉੱਤੇ ਜ਼ਿਕਰ ਹੋਣਾ ਜ਼ਰੂਰੀ ਸੀਗਾ। ਉਸ ਗੱਲ ਨੂੰ ਵਿਰਾਮ ਦਿੰਦੇ ਹੋਏ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਨਾ ਤੇ ਮੇਰੀ ਸੋਨੀਆ ਗਾਂਧੀ ਨਾਲ ਮੀਟਿੰਗ ਹੋਈ, ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਗ੍ਰਹਿ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੇ ਵਾਸਤੇ ਮੈਂ ਵਚਨਬੰਦ ਹਾਂ, ਔਰ ਜਦ ਤੱਕ ਮੈਂ ਜੀਵਾਂਗਾ, ਜਦ ਤੱਕ ਮੈਂ ਰਹੂੰਗਾ, ਲਾਈਫ ਲੌਂਗ ਮੈਂ ਬੀਜੇਪੀ ਦੇ ਵਿੱਚ ਹੀ ਰਹੂੰਗਾ। ਇਸ ਕਲੈਰੀਫਿਕੇਸ਼ਨ ਦੇ ਨਾਲ ਘੱਟ ਤੋਂ ਘੱਟ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ, ਜਿਹਨੂੰ ਆਪਾਂ ਘਰ ਵਾਪਸੀ ਵੀ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਵਿੱਚ ਨਹੀਂ ਹੋਣੀ, ਇਹਦਾ ਖੁਦ ਉਹਨਾਂ ਨੇ ਕਲੇਮ ਕਰਕੇ ਇਸ ਸਾਰੀ ਗੱਲ ਨੂੰ ਵਿਰਾਮ ਦਿੱਤਾ ਹੈ। ਤੁਸੀਂ ਠੀਕ ਕਹਿ ਰਹੇ ਹੋ, ਵਿਰਾਮ ਤਾਂ ਉਹਨਾਂ ਦਿੱਤਾ, ਪਰ ਦਰਅਸਲ ਇਹ ਗੱਲ ਤੁਰੀ ਕਿੱਥੋਂ? ਸਵਾਲ ਇਹ ਸਭ ਤੋਂ ਅਹਿਮ ਆ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਆਉਣ ਲਈ ਤਿਆਰ ਨਹੀਂ, ਇਹ ਗੱਲ ਹੁਣ ਬੱਚਾ ਜਾਣਦਾ। ਸਵਾਲ ਇਸ ਗੱਲ ਤੇ ਹੈ ਕਿ ਉਹਨਾਂ ਦੀ ਪੋਲਿਟਿਕਸ ਕਿੰਨੀ ਬਚੀ, ਉਹਨਾਂ ਨੂੰ ਕਾਂਗਰਸ ਨੂੰ ਉਹਨਾਂ ਦੀ ਲੋੜ ਕਿਉਂ ਆ, ਜਦੋਂ ਬੀਜੇਪੀ ਵਰਗੀ ਪਾਰਟੀ ਜਿਹਦੇ ਨਾਲ ਉਹਨਾਂ ਦੇ ਸੰਬੰਧ ਬਹੁਤ ਬਿਹਤਰ ਹੈ, ਪ੍ਰਧਾਨ ਮੰਤਰੀ ਨਾਲ ਜਿੰਨੇ ਸੋਹਣੇ ਸੰਬੰਧ ਕੈਪਟਨ ਅਮਰਿੰਦਰ ਸਿੰਘ ਦੇ ਬਤੌਰ ਮੁੱਖ ਮੰਤਰੀ ਰਹੇ ਆ, ਮੇਰੇ ਖਿਆਲ ਪੂਰੇ ਦੇਸ਼ ਦੇ ਵਿੱਚ ਕਿਸੇ ਸੂਬੇ ਦੇ ਮੁੱਖ ਮੰਤਰੀ ਦੇ ਨਹੀਂ ਰਹੇ। ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦ ਸੀ ਕਿ ਉਹਨਾਂ ਨੂੰ ਇੱਕ ਬਿਹਤਰ ਐਡਜਸਟਮੈਂਟ ਮਿਲ ਜੂਗੀ, ਜਿਹੜੀ ਨਹੀਂ ਮਿਲੀ। ਸ਼ਾਇਦ ਉਹਦਾ ਕਾਰਨ ਉਹਨਾਂ ਦਾ 75 ਟੱਪ ਜਾਣਾ ਹੋਵੇ, ਲੇਕਿਨ ਬਹਾਨਾ ਕੋਈ ਬਣਾਇਆ ਜਾ ਸਕਦਾ ਸੀ, ਨਹੀਂ ਮਿਲੀ। ਪਰ ਅਮਰਿੰਦਰ ਸਿੰਘ ਕਾਂਗਰਸ ਵਿੱਚ ਕਿਉਂ ਜਾਣਗੇ ਜਿੱਥੇ ਉਹਨਾਂ ਨੂੰ ਬੁਰੀ ਤਰ੍ਹਾਂ ਜਲੀਲ ਕੀਤਾ ਗਿਆ? ਹੁਣ ਸਵਾਲ ਇੰਦਰਪ੍ਰੀਤ ਜੀ ਇਸ ਗੱਲ ਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੇ ਕਿਧਰੇ ਵੀ ਹੁਣ ਜਾਂਦੇ ਆ ਤੇ ਉਹਨਾਂ ਦੀ ਪੋਲਿਟਿਕਸ ਉਹਨਾਂ ਦੀ ਹੈ ਜਾਂ ਉਹਨਾਂ ਦੇ ਪੁੱਤਰ ਤੇ ਧੀ ਦੀ ਹੈ? ਕੀ ਉਹਨਾਂ ਦੇ ਪੁੱਤਰ ਤੇ ਧੀ ਦੀ ਕੋਈ ਐਡਜਸਟਮੈਂਟ ਹੋ ਸਕਦੀ ਆ? ਸਾਰਾ ਨਜ਼ਰੀਆ ਉੱਥੋਂ ਤੱਕ ਸੀਮਤ ਹੋ ਕੇ ਰਹਿ ਗਿਆ। ਮੈਂ ਇਸ ਗੱਲ ਤੇ ਤੁਹਾਡੀ ਟਿੱਪਣੀ ਲੈਣਾ ਚਾਹੂੰਗਾ ਕਿ ਕੈਪਟਨ ਸਾਹਿਬ ਨੂੰ ਕਿਉਂ ਬਾਹਰ ਆਉਣਾ ਪੈ ਗਿਆ ਇਹ ਗੱਲ ਕਹਿਣ ਲਈ? ਸੁਰਖੀ ਬਣਾਉਣ ਲਈ ਕਿਸੇ ਵੇਲੇ ਇਹੋ ਜਿਹੀਆਂ ਖਬਰਾਂ ਦਾ ਜਵਾਬ ਦੇਣਾ ਵੀ ਜ਼ਰੂਰੀ ਹੋ ਜਾਂਦਾ ਸ਼ਾਇਦ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣ ਸੁਰਖੀ ਵੀ ਨਹੀਂ ਰਹੇ। ਬਿਲਕੁਲ ਰੰਧਾਵਾ ਸਾਹਿਬ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕੈਪਟਨ ਅਮਰਿੰਦਰ, ਸਭ ਤੋਂ ਪਹਿਲਾਂ ਇਹੀ ਗੱਲ ਕਰਨੀ ਬਣਦੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਿਹਨੇ ਕੀਤਾ, ਜਾਂ ਕੈਪਟਨ ਨੇ ਸੋਨੀਆ ਗਾਂਧੀ ਨੂੰ ਫੋਨ ਕੀਤਾ ਜਾਂ ਸੋਨੀਆ ਗਾਂਧੀ ਨੇ ਕੈਪਟਨ ਨੂੰ ਫੋਨ ਕੀਤਾ? ਸੋ ਹਜੇ ਤੱਕ ਤਾਂ ਇਹ ਵੀ ਕਲੈਰਿਟੀ 'ਚ ਨਹੀਂ ਹੈ, ਇਹ ਗੱਲ ਬਾਹਰ ਕਿੱਥੋਂ ਆ ਗਈ ਹੈ। ਸੋ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਪਰ ਮੈਂ ਇੱਕ ਗੱਲ ਹੋਰ ਕੈਪਟਨ ਸਾਹਿਬ ਬਾਰੇ ਜਿੰਨਾ ਕਿ ਮੈਂ ਜਾਣਦਾ, ਉਹ ਇਹ ਤਾਂ ਹੈ ਵੀ ਜਿਹੜਾ ਫੈਸਲਾ ਉਹ ਇੱਕ ਵਾਰ ਕਰ ਲੈਂਦੇ ਆ ਉਸ ਤੋਂ ਪਿੱਛੇ ਨਹੀਂ ਮੁੜਦੇ। ਪਿੱਛੇ ਮੈਂ ਉਹਨਾਂ ਨੂੰ ਅੱਜ ਤੱਕ ਨਹੀਂ ਕਦੀ ਦੇਖਿਆ ਵੀ ਉਹ ਕੋਈ ਫੈਸਲਾ ਲੈ ਕੇ ਪਿੱਛੇ ਹਟੇ ਹੋਣ, ਚਾਹੇ ਉਹਨਾਂ ਨੇ ਆਪਣੀ ਕੁਰਸੀ ਸਟੇਕ ਤੇ ਵੀ ਲਗਾਈ ਹੋਵੇ। ਖਾਸ ਕਰਕੇ ਜਦੋਂ ਆਪਾਂ ਨਦੀਆਂ ਜਲ ਸਮਝੌਤੇ ਰੱਦ ਕਰਨ ਦੇ ਮਾਮਲੇ 'ਚ ਆਪਾਂ ਦੇਖਿਆ ਸੀ, ਉਹਨਾਂ ਨੇ ਆਪਣੀ ਪਾਰਟੀ ਹਾਈ ਕਮਾਂਡ ਤੋਂ ਵੀ ਨਹੀਂ ਪੁੱਛਿਆ ਕਿ ਮੈਂ ਇਹ ਕਰਨ ਜਾ ਰਿਹਾ ਜਾਂ ਨਹੀਂ ਕਰਨ ਜਾ ਰਿਹਾ, ਜਾਂ ਉਹਨਾਂ ਨੇ ਲੋਕ ਸਭਾ ਤੋਂ ਅਸਤੀਫਾ ਦਿੱਤਾ ਹੋਵੇ ਉਸ ਤੋਂ ਵੀ ਉਹਨਾਂ ਨੇ ਕਿਸੇ ਨੂੰ ਕੋਈ, ਉਹ ਇਸ ਤਰ੍ਹਾਂ ਦੇ ਬੰਦੇ ਆ ਵੀ ਜਦੋਂ ਫੈਸਲਾ ਲੈਂਦੇ ਆ ਤਾਂ ਪੂਰੀ ਤਰ੍ਹਾਂ ਤਿਆਰੀ ਕਰਕੇ ਲੈਂਦੇ ਔਰ ਉਸ ਤੋਂ ਬਾਅਦ ਫਿਰ ਪਿੱਛੇ ਨਹੀਂ ਹਟਦੇ। ਸੋ ਇਹ ਵਾਲੀ ਗੱਲ ਤਾਂ ਉਹਨਾਂ ਦੇ ਇੱਕ ਤਰ੍ਹਾਂ ਦਾ ਕਰੈਕਟਰ ਨਾਲ ਸੰਬੰਧਿਤ ਗੱਲ ਹੈ, ਤਾਂ ਉਹਨਾਂ ਦੇ ਕਰੈਕਟਰ 'ਚ ਪਿੱਛੇ ਹਟਣਾ ਨਹੀਂ ਹੈਗਾ। ਦੂਜੀ ਗੱਲ ਜਿਹੜੀ ਇਹ ਹੈਗੀ ਹੈ ਵੀ ਇਹ ਲੋੜ ਕਿਉਂ ਪਈ ਇਸ ਗੱਲ ਦੀ, ਇਹਦਾ ਸਪਸ਼ਟੀਕਰਨ ਦੇਣਾ। ਜਿਹੜੀ ਇਹਨਾਂ ਨੇ ਗੱਲ ਕਹੀ ਸੀਗੀ ਰਾਜਾ ਵੜਿੰਗ ਹੋਰਾਂ ਨੇ ਕਿ ਅਸੀਂ ਛੱਲੀਆਂ ਵੇਚਣ ਵਾਲੇ ਨੂੰ ਤਾਂ ਲੈ ਲੈਣਾ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਲੈ ਲੈਣਾ, ਮੈਨੂੰ ਲੱਗਦਾ ਕਿ ਇਹ ਖਬਰ ਉੱਥੋਂ ਹੀ ਕੁੱਕ ਹੋਈ ਲੱਗਦੀ ਹੈ, ਕਿਸੇ ਤਰ੍ਹਾਂ ਵੀ ਇਹ ਛਾਪੀ ਗਈ ਲੱਗਦੀ ਹੈ ਕਿ ਸ਼ਾਇਦ ਕੈਪਟਨ ਇਹ ਦਿਖਾਣਾ ਚਾਹੁੰਦੇ ਹੋਣ ਵੀ ਇਹਦੀ ਕੁਝ ਵੀ ਹੈਸੀਅਤ ਨਹੀਂ ਹੈ ਕਾਂਗਰਸ ਦੇ ਵਿੱਚ, ਮੈਂ ਹੀ ਵੱਡਾ, ਤਾਂ ਇਹ ਖਬਰ ਉਸ ਤੋਂ ਆਈ ਲੱਗਦੀ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਹੈ ਕਿ ਕੈਪਟਨ ਦੀ ਕੋਈ ਵਾਪਸੀ ਹੋਏ। ਹਾਂ, ਦੂਜੀ ਗੱਲ ਜਿਹੜੀ ਇੰਪੋਰਟੈਂਟ ਹੈ, ਜਿਹੜੀ ਤੁਸੀਂ ਕਹੀ ਹੈ ਕਿ ਉਹਨਾਂ ਦੀ ਆਪਣੀ ਤਾਂ ਦੇਖੋ ਲਗਭਗ ਉਹਨਾਂ ਦੀ ਜਿਹੜਾ ਰਾਜਨੀਤਿਕ ਕੈਰੀਅਰ ਹੈ ਉਹ ਤਾਂ ਹੁਣ ਖਤਮ ਹੋ ਚੁੱਕਿਆ। ਤੁਸੀਂ ਕਿਹਾ ਵੀ ਉਹਨਾਂ ਨੂੰ ਕਿਤੇ ਐਡਜਸਟ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਦਾ 75 ਸਾਲ ਦੇ ਉੱਪਰ ਹੋਣਾ ਹੈ। 75 ਸਾਲ ਦੇ ਉੱਪਰ ਹੋਣਾ ਰੰਧਾਵਾ ਸਾਹਿਬ ਸਿਰਫ ਜਿਹੜਾ ਹੈਗਾ ਮੰਤਰੀਆਂ ਵਾਸਤੇ ਹੈਗਾ, ਗਵਰਨਰਾਂ ਵਾਸਤੇ ਨਹੀਂ ਹੈ। ਔਰ ਕੈਪਟਨ ਅਮਰਿੰਦਰ ਸਿੰਘ ਦਾ ਜਿੰਨਾ ਵੀ ਨਾਮ ਚੱਲਿਆ ਉਹ ਗਵਰਨਰ ਦੇ ਲਈ ਹੀ ਚੱਲਿਆ, ਚਾਹੇ ਮਹਾਰਾਸ਼ਟਰ ਦਾ ਗਵਰਨਰ ਹੋਵੇ, ਚਾਹੇ ਹਿਮਾਚਲ ਦਾ ਹੋਵੇ ਜਾਂ ਕਿਸੇ ਹੋਰ ਸਟੇਟ ਦਾ ਹੋਵੇ, ਉਹ ਗਵਰਨਰ ਦੇ ਤੌਰ ਤੇ ਚੱਲਿਆ। ਤੀਸਰੀ ਗੱਲ ਜਿਹੜੀ ਹੈਗੀ ਸੀਗੀ ਕਿ ਹੁਣ ਉਹਨਾਂ ਦੀ ਤਾਂ ਪੋਲਿਟਿਕਸ ਖਤਮ ਹੋ ਗਈ ਹੈ, ਪਰ ਅੱਗੇ ਉਹਨਾਂ ਦੇ ਬੱਚੇ ਦੇਖੋ, ਜੈਇੰਦਰ ਕੌਰ ਪਿਛਲੇ ਕਾਫੀ ਸਮੇਂ ਤੋਂ ਸਕਰੀ ਨੇ ਪਟਿਆਲੇ ਦੇ ਵਿੱਚ, ਔਰ ਐਤਕੀ ਪ੍ਰਨੀਤ ਕੌਰ ਦੀ ਜਗ੍ਹਾ ਤੇ ਮੇਰਾ ਖਿਆਲ ਹੈ ਕਿ ਜਿਹੜੀ ਲੜਾਈ ਆ ਉਹ ਲੜਨਗੇ। ਤਾਂ ਮੈਨੂੰ ਲੱਗਦਾ ਹੈ ਕਿ ਉਹ ਇਸ ਗੱਲ ਦੇ ਉੱਤੇ ਜ਼ਰੂਰ ਰਹਿਣਗੇ ਕਿ ਉਹਨਾਂ ਦਾ ਭਵਿੱਖ ਕਿਸੇ ਤਰ੍ਹਾਂ ਰਹੇ, ਤੇ ਉਹਨਾਂ ਨੂੰ ਉਹ ਲੱਗ ਰਿਹਾ ਕਿ ਬੀਜੇਪੀ ਇੱਕ ਸੂਟੇਬਲ ਪਾਰਟੀ ਹੈ। ਜਿਹੜਾ ਉਹਨਾਂ ਦਾ ਬੇਟਾ ਹੈ, ਮੈਨੂੰ ਲੱਗਦਾ ਕਿ ਬੇਟਾ ਉਹਨਾਂ ਦਾ ਪੋਲਿਟਿਕਸ 'ਚ ਇੰਨਾ ਉਹਦੇ ਲਈ ਉਪਯੁਕਤ ਹੈ ਨਹੀਂ ਹੈ। ਪਹਿਲਾਂ ਵੀ 2 ਵਾਰ ਉਹ ਟਰਾਈ ਕੀਤੀ ਜਾ ਚੁੱਕੀ ਹੈ, ਇੱਕ ਵਾਰ ਬਠਿੰਡਾ ਲੋਕ ਸਭਾ ਲੜਵਾ ਕੇ ਦੇਖੀ ਜਾ ਚੁੱਕੀ ਹੈ, ਸਮਾਣਾ ਦੀ ਵਿਧਾਨ ਸਭਾ ਵੀ ਲੜਵਾ ਕੇ ਦੇਖੀ ਜਾ ਚੁੱਕੀ ਹੈ। ਉਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਉਹ ਉਸ ਤਰ੍ਹਾਂ ਵਿਚਰ ਪਾਉਂਦੇ ਹੈ
ਲੋਕਾਂ ਦੇ ਵਿੱਚ ਜਿਸ ਤਰ੍ਹਾਂ ਦਾ ਇੱਕ ਪੋਲੀਟੀਸ਼ੀਅਨ ਜਿਹੜਾ ਹੈਗਾ ਵਿਚਰਦਾ ਹੈ। ਸੋ ਇਹ ਮੈਨੂੰ ਲੱਗਦਾ ਕਿ ਜਿਹੜੀ ਵੀ ਕੋਈ ਸਿਆਸਤ ਹੁਣ ਹੋਏਗੀ ਜਾਂ ਕੈਪਟਨ ਅਮਰਿੰਦਰ ਸਿੰਘ ਜਿਹੜੀ ਵੀ ਕੁਝ ਕਰਨਗੇ ਉਹ ਸਿਰਫ ਔਰ ਸਿਰਫ ਜੈਇੰਦਰ ਕੌਰ ਵਾਸਤੇ ਕਰਨਗੇ। ਹਾਂ ਬਿਲਕੁਲ ਠੀਕ ਹੈ। ਅਜੇ ਤੱਕ ਜੋ ਸਾਹਮਣੇ ਆ ਰਿਹਾ ਉਹਦੇ ਵਿੱਚ ਤਾਂ ਇਹੀ ਹੈ ਕਿ ਫਿਲਹਾਲ ਇਸ ਤਰ੍ਹਾਂ ਦੀ ਕਿਸੇ ਮੁਲਾਕਾਤ ਦੀ ਗੁੰਜਾਇਸ਼ ਹੈ ਹੀ ਨਹੀਂ। ਔਰ ਦੂਜੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਵਿਅਕਤੀ ਦਾ ਮੁਲਾਕਾਤ ਕਰ ਸਕਣਾ ਤੇ ਉਹ ਵੀ ਪਰਦੇ ਦੇ ਪਿੱਛੇ ਰਹਿ ਜੇ, ਇਹ ਸੰਭਵ ਨਹੀਂ। ਉਹ ਤਾਂ ਪੂਰੀ ਵੱਡੀ ਸੁਰਖੀ ਬਣਦੀ। ਇਸ ਕੱਦ ਦੇ ਇਸ ਸਟੇਚਰ ਦੇ ਬੰਦੇ ਕਦੇ ਵੀ ਸਾਰਾ ਕੁਝ ਤੈਅ ਹੋਣ ਤੋਂ ਪਹਿਲਾਂ ਗੁਪਤ ਮੀਟਿੰਗਾਂ ਜਾਂ ਮੀਟਿੰਗ ਨਹੀਂ ਕਰਦੇ ਹੁੰਦੇ। ਇਹ ਇੱਕ ਜਾਣਿਆ ਪਛਾਣਿਆ ਸੱਚ ਤੇ ਤੱਥ ਆ। ਮੈਂ ਅੱਗੇ ਵਧੂੰਗਾ। ਬਿਲਕੁਲ ਇੰਦਰਪ੍ਰੀਤ ਜੀ, ਤੁਹਾਡਾ ਉਹ ਸਵਾਲ ਕਾਫੀ ਵੱਡਾ ਹੋ ਗਿਆ, ਜਿਹੜਾ ਸਵਾਲ ਤੁਸੀਂ ਖਾਸਾ ਫੈਕਟਰੀ ਵਾਲਾ ਉਸ ਦਿਨ ਤੋਰਿਆ ਸੀਗਾ। ਲੇਕਿਨ ਹੁਣ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਜਿਹੜੀ CBI ਵਾਲੀ ਗੱਲ ਹੈ, ਜਿਹਦੇ 'ਚ ਸੋਮ ਤੇ ਮੰਗਲਵਾਰ ਨੂੰ 10 ਅਧਿਕਾਰੀਆਂ ਨੂੰ ਸੱਦਿਆ ਹੋਇਆ, ਉਹਨਾਂ ਦਾ ਪੱਧਰ ਭਾਵੇਂ ਉੱਪਰ ਵਾਲਾ ਨਹੀਂ ਹੈ, ਉਹ ਥੱਲੇ ਦੇ ਪੱਧਰ ਦੇ ਅਧਿਕਾਰੀ ਨੇ, ਪਰ ਉਹਨਾਂ ਕੋਲ ਕੀ ਪੁੱਛਿਆ ਜਾਣਾ, ਇਹਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਿਹਾ। ਬਹੁਤ ਸਾਰੇ ਸਵਾਲ ਸਾਂਝੇ ਕੀਤੇ ਜਾ ਰਹੇ ਆ ਵੀ ਇਹਨਾਂ ਨੂੰ ਕਿਉਂ ਬੁਲਾਇਆ ਭਲਾ। ਕੀ ਉਹਨਾਂ ਕੋਲੋਂ ਕੋਈ ਐਸੇ ਤੱਥ ਨੇ, ਉਹਨਾਂ ਨੇ ਕੁਝ ਚੀਜ਼ਾਂ ਤਸਦੀਕ ਕਰਾਉਣੀਆਂ ਨੇ ਇਹਨਾਂ ਤੋਂ? ਕੀ ਤਸਦੀਕ ਕਰਾਉਣ ਤੋਂ ਬਾਅਦ ਹੱਥ ਕਿਤੇ ਹੋਰ ਪਾਇਆ ਜਾਣਾ? ਕਿਤੇ ਕੋਈ ਐਸੇ ਆਪਸ ਵਿੱਚ ਗੱਲਬਾਤਾਂ ਜਾਂ ਕੋਈ ਐਸੀਆਂ ਚੀਜ਼ਾਂ ਸਾਹਮਣੇ ਆਈਆਂ ਇਹਨਾਂ ਥਾਵਾਂ ਤੋਂ ਜਿਨ੍ਹਾਂ ਤੋਂ ਇਹਨਾਂ ਨੂੰ ਬੁਲਾਇਆ ਗਿਆ? ਕਿਉਂਕਿ ਸਵਾਲ ਫਿਰ ਉਹੀ ਆ ਕਿ CBI ਪੰਜਾਬ ਦੇ ਵਿੱਚ ਸਿੱਧਿਓਂ ਕੇਸ ਦਰਜ ਨਹੀਂ ਕਰ ਸਕਦੀ ਸਰਕਾਰ ਦੀ ਇੱਛਾ ਦੇ ਖਿਲਾਫ, ਸਰਕਾਰ ਤੋਂ ਪਰਮਿਸ਼ਨ ਲਏ ਬਿਨਾਂ। ਤੇ ਪਹਿਲੇ ਦਰਜ ਕੇਸ ਵਿੱਚ ਜੇ ਇਹ ਲੋਕ ਸ਼ਾਮਲ ਕਰ ਲਏ ਜਾਂਦੇ ਆ ਤਾਂ ਬਾਕੀ ਲੋਕਾਂ ਨੂੰ ਸ਼ਾਮਲ ਕਰਨਾ ਬਹੁਤ ਆਸਾਨ ਹੋਊਗਾ। ED ਦੀ ਐਂਟਰੀ ਬਹੁਤ ਆਸਾਨ ਹੋਊਗੀ। ਕਿ ਮਨੀਸ਼ ਸਿਸੋਦੀਆ ਤੋਂ ਬਾਅਦ ਸਿਆਸੀ ਬੰਦਾ ਜੇ ਕੋਈ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਹਰਪਾਲ ਚੀਮਾ ਆਉਂਦੇ, ਜਿਹੜੇ ਮਹਿਕਮੇ ਨੂੰ ਦੇਖਦੇ ਆ। ਵੱਡੇ ਤੌਰ ਤੇ ਜ਼ਿੰਮੇਵਾਰੀ ਫਿਕਸ ਕਰਨ ਦਾ ਗੱਲ ਜਦੋਂ ਆਊਗੀ, ਹਰਪਾਲ ਚੀਮਾ ਨੂੰ ਸੇਕ ਲੱਗਣ ਦੀ ਸੰਭਾਵਨਾ ਹੋ ਸਕਦੀ ਹੈ। ਇਹ ਵੀ ਗੱਲ ਸਾਰਾ ਦਿਨ ਚੱਲਦੀ ਰਹੀ, ਅਸੀਂ ਤਾਂ ਕਰ ਹੀ ਨਹੀਂ ਰਹੇ। ਪਰ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਵੀ ਗੱਲ ਚੱਲਦੀ ਕੀ ਪਈ ਹੈ। ਰੰਧਾਵਾ ਸਾਹਿਬ, ਦੇਖੋ ਦੋ ਚੀਜ਼ਾਂ ਨੇ ਇਹਦੇ ਵਿੱਚ। ਇੱਕ ਤਾਂ ਇਹ ਜੋ ਆਪਾਂ ਗੱਲ ਕਰ ਰਹੇ ਸੀ ਵੀ ਗੱਲ ਪਾਲਿਸੀ ਦੀ ਹੈ। ਪਾਲਿਸੀ ਬਣਾਉਣ ਦੇ ਵਿੱਚ ਤਾਂ ਨਿਚਲੇ ਜਿਹੜੇ ਅਧਿਕਾਰੀ ਹੁੰਦੇ ਆ, ਜਿਹਨੂੰ ਕਿਹਾ ਜਾ ਰਿਹਾ ਡਿਪਾਰਟਮੈਂਟ ਵੱਲੋਂ ਕਿ ਉਸ ਪੱਧਰ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ, ਜਿਵੇਂ ETO ਹੈਗੇ ਆ ਜਾਂ ਇਸ ਤਰ੍ਹਾਂ ਦੇ। ਮੈਨੂੰ ਨਹੀਂ ਲੱਗਦਾ ਕਿ ਇਸ ਪੱਧਰ ਦੇ ਅਧਿਕਾਰੀਆਂ ਦਾ ਕੋਈ ਰੋਲ ਵੀ ਪਾਲਿਸੀ ਬਣਾਉਣ ਦੇ ਵਿੱਚ ਹੁੰਦਾ। ਉਹ ਤਾਂ FCT ਜਾਂ ਕਮਿਸ਼ਨਰ ਜਾਂ ਮਿਨਿਸਟਰ, ਇਹ 3-4 ਬੰਦੇ ਹੀ ਇਨਵੋਲਵ ਹੁੰਦੇ ਆ, ਜਾਂ ਟੈਕਨੋਕ੍ਰੇਟ ਹੋਣਗੇ ਕੁਝ, ਮਤਲਬ ਕਿ ਜਿਹੜੇ ਇਸ ਜਿਹਨੂੰ ਕਹਿੰਦੇ ਆ ਵੀ ਇਸ ਕਾਰੋਬਾਰ ਨਾਲ ਸੰਬੰਧਿਤ ਲੋਕ ਹੈ, ਉਹ ਕੋਈ ਆਪਣੀ ਇਸ ਕਿਸਮ ਦੀ ਜਾਣਕਾਰੀ ਦਿੰਦੇ ਹੋਣ, ਜਾਂ ਕੋਈ ਫਾਈਨਾਂਸ ਡਿਪਾਰਟਮੈਂਟ ਦਾ ਇੱਕ ਅੱਧ ਬੰਦਾ ਹੋਊਗਾ। ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਕੋਈ ਬੰਦੇ ਪਾਲਿਸੀ ਲੈਵਲ ਤੇ, ਜਦੋਂ ਪਾਲਿਸੀ ਦੀ ਆਪਾਂ ਗੱਲ ਕਰਦੇ ਹਾਂ, ਉਸ ਲੈਵਲ ਤੇ ਕਿਸੇ ਬਣਾਉਣ ਦੇ ਵਿੱਚ ਸ਼ਾਮਲ ਹੋਏਗਾ। ਹੁਣ CBI ਇਹਨਾਂ ਲੋਕਾਂ ਨੂੰ ਕਿਉਂ ਚੁੱਕ ਰਹੀ ਹੈ ਜਿਹੜੇ ਛੋਟੇ ਪੱਧਰ ਦੇ ਹੈਗੇ ਆ? ਇਹ ਇਸ ਤੋਂ ਫਿਰ ਥੋੜਾ ਜਿਹਾ ਇਹ ਲੱਗਦਾ ਹੈ ਵੀ ਟੋਟਲ ਪੋਲੀਟੀਕਲ ਇਹਨੂੰ ਮੂਵ ਬਣਾਇਆ ਜਾ ਰਿਹਾ ਹੈ, ਵੀ ਸਵਾਲ ਇਕੱਲਾ ਨੀਤੀ ਨਾਲ ਸੰਬੰਧਿਤ ਹੈ ਹੀ ਨਹੀਂ ਹੈ। ਸਵਾਲ ਜਿਹੜਾ ਹੈਗਾ ਉਹ ਇਹਦੇ ਨਾਲ ਜੁੜਿਆ ਹੋਇਆ ਹੈ ਕਿ ਜਿਹੜੇ ਮਨੀਸ਼ ਸਿਸੋਦੀਆ ਇਸ ਟਾਈਮ ਜੇਲ੍ਹ ਦੇ ਵਿੱਚ ਬੰਦ ਨੇ ਦਿੱਲੀ ਦੀ, ਉਹਨੂੰ ਲੈ ਕੇ, ਪਾਲਿਸੀ ਨੂੰ ਲੈ ਕੇ, ਉਹਨਾਂ ਦੀ ਕਿਸੇ ਵੀ ਤਰ੍ਹਾਂ ਜ਼ਮਾਨਤ ਨਹੀਂ ਹੋਣੀ ਚਾਹੀਦੀ। ਸੋ CBI ਸੀਕ ਕਰ ਸਕਦੀ ਹੈ ਹੋਰ ਟਾਈਮ ਕਿ ਜੀ ਅਸੀਂ ਦੇਖੋ ਇਹ ਪਾਲਿਸੀ ਜਿਹੜੀ ਹੈ ਪੰਜਾਬ 'ਚ ਵੀ ਇਹਨਾਂ ਨੇ ਲਾਗੂ ਕੀਤੀ ਸੀ, ਤੇ ਪੰਜਾਬ ਦੇ ਵੀ ਅਸੀਂ ਅਧਿਕਾਰੀਆਂ ਨੂੰ ਪੁੱਛਤਾਛ ਲਈ ਬੁਲਾਇਆ, ਉਹਨਾਂ ਦੇ ਪੁੱਛਤਾਛ ਕੀਤੀ ਜਾ ਰਹੀ ਹੈ, ਸਾਨੂੰ ਥੋੜਾ ਹੋਰ ਟਾਈਮ ਚਾਹੀਦਾ ਹੈ। ਸੋ ਇਸ ਤਰ੍ਹਾਂ ਦੀ ਇੱਕ ਥਿਉਰੀ ਬਣਾ ਕੇ ਜ਼ਰੂਰ ਸੁਪਰੀਮ ਕੋਰਟ 'ਚ, ਕਿਉਂਕਿ 11 ਤਰੀਕ ਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਕਿ 11 ਤਰੀਕ ਨੂੰ ਹੀ ਉਹ ਕੇਸ ਲੱਗਿਆ ਹੋਇਆ। ਸੋ ਜੋ ਉਹ ਕੇਸ ਦੇ ਉੱਤੇ ਤੁਹਾਨੂੰ ਮਤਲਬ ਅਗਰ ਤੁਸੀਂ ਦੁਬਾਰਾ ਵਿਰੋਧ ਕਰਨਾ ਹੈ ਜ਼ਮਾਨਤ ਦਾ, ਮਨੀਸ਼ ਸਿਸੋਦੀਆ ਦੀ ਜ਼ਮਾਨਤ ਦਾ, ਤਾਂ ਤੁਹਾਨੂੰ ਕੋਈ ਨਾ ਕੋਈ ਥਿਉਰੀ ਤਾਂ ਉੱਥੇ ਦੇਣੀ ਪਏਗੀ ਨਾ, ਕਿ ਤੁਸੀਂ ਚਾਹੁੰਦੇ ਕਿਉਂ, ਹੋਰ ਟਾਈਮ ਕਿਉਂ ਸੀ ਕਰਨਾ ਚਾਹੁੰਦੇ ਹੋ। ਸੋ ਮੈਨੂੰ ਲੱਗਦਾ ਕਿ ਸਾਰੀ ਜਿਹੜੀ ਇਹ ਬੁਲਾਣਾ, ਉਸ ਤੋਂ ਪੁੱਛਤਾਛ ਕਰਨੀ, ਉਹਦੀ ਕੋਈ ਰਿਪੋਰਟ ਤਿਆਰ ਕਰਨੀ, ਇਹ ਸਾਰਾ ਮਾਮਲਾ ਉਹਦੇ ਨਾਲ ਜੁੜਿਆ ਹੋਇਆ, ਪੋਲੀਟੀਕਲ ਹੈ। ਦੂਜਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਇੱਥੇ ਵੀ ਠੀਕ ਹੈ, ਜਦੋਂ ਆਪਾਂ ਪੋਲਿਟਿਕਸ ਦੇ ਵਿੱਚ ਜਾਂਦੇ ਹਾਂ, ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਕਿ ਆਪਾਂ ਜਿਹੜੀ ਓਪੋਨੈਂਟ ਪਾਰਟੀ ਹੈ ਉਹਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਉਲਝਾ ਕੇ ਰੱਖਣਾ ਹੈ ਤਾਂ ਕਿ ਉਹ ਜ਼ਿਆਦਾ ਜਿਹੜੇ ਹੈਗੇ ਆ ਪ੍ਰਚਾਰ 'ਚ ਨਾ ਜਾ ਸਕਣ ਜਾਂ ਕਿਤੇ ਹੋਰ ਕੰਮ ਨਾ ਕਰ ਸਕਣ, ਇਸ ਤਰ੍ਹਾਂ ਦੀ ਚੀਜ਼ਾਂ 'ਚ ਰੱਖਣਾ ਹੈ, ਤਾਂ ਉਦੋਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਉਹਨਾਂ ਦਾ ਜਿਹੜਾ ਮੇਨ ਬੰਦਾ ਹੈ, ਜਿਹੜਾ ਸੈਕਿੰਡ ਇਨ ਕਮਾਨ ਹੈ ਕਿਸੇ ਚੀਜ਼ ਦਾ, ਉਹਨੂੰ ਤੁਸੀਂ ਉਲਝਾ ਦਿਓ ਜਾਂ ਉਹਨੂੰ ਅੰਦਰ ਕਰ ਦਿਓ, ਜਿਸ ਤਰ੍ਹਾਂ ਮਨੀਸ਼ ਸਿਸੋਦੀਆ ਨੂੰ ਕੀਤਾ ਹੋਇਆ। ਹਜੇ ਤੱਕ ਦੇਖੋ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਸ਼ਾਇਦ 8-9 ਮਹੀਨੇ ਤਾਂ ਭਾਸਕਰ ਸਾਹਿਬ ਨੂੰ ਪਤਾ ਹੋਏਗਾ, ਕਿਉਂਕਿ ਜ਼ਿਆਦਾ ਉਹਨਾਂ ਨਾਲ ਡੇਟਾ 'ਚ ਇਨਵੋਲਵ ਰਹਿੰਦੇ ਆ। ਮੈਨੂੰ ਲੱਗਦਾ ਕਿ 8-9 ਮਹੀਨੇ ਤੋਂ ਉੱਤੇ ਹੋ ਚੁੱਕਿਆ ਉਹਨਾਂ ਨੂੰ, ਉਹਨਾਂ ਦੀ ਅਰੈਸਟ ਨੂੰ। ਤੇ ਹਜੇ ਤੱਕ ਵੀ ਜੇ ਅਸੀਂ
ਜਿਹੜੀਆਂ ਜਾਂਚ ਏਜੰਸੀਆਂ ਨੇ ਉਹ ਵੀ ਈਡੀ ਤੇ ਸੀਬੀਆਈ ਵਰਗੀਆਂ, ਉਹ ਅਗਰ ਹਜੇ ਵੀ ਇਹ ਚਾਹੁੰਦੀਆਂ ਵੀ ਸਾਨੂੰ ਟਾਈਮ ਹੋਰ ਚਾਹੀਦਾ ਹੈ, ਤਾਂ ਮੈਨੂੰ ਲੱਗਦਾ ਕਿ ਇਹ ਸਿਰਫ ਪੋਲੀਟੀਕਲ ਮਾਮਲਾ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ ਹੈਗਾ। ਤੁਸੀਂ ਠੀਕ ਕਹਿ ਰਹੇ ਹੋ ਕਿ ਬਹੁਤ ਸਾਰੀਆਂ ਅਦਾਲਤਾਂ 'ਚ ਥੱਲਿਓਂ ਲੈ ਕੇ ਹਾਈ ਕੋਰਟ ਤੱਕ ਮਨੀਸ਼ ਸਿਸੋਦੀਆ ਨੂੰ ਰਾਹਤ ਨਹੀਂ ਮਿਲੀ, ਤੇ ਹੁਣ ਉਹ ਸੁਪਰੀਮ ਕੋਰਟ ਦੇ ਵਿੱਚ ਗਏ ਹੋਏ ਆ, ਤੇ ਉੱਥੋਂ ਜੇ ਰਾਹਤ ਨਹੀਂ ਮਿਲਦੀ ਤਾਂ ਇਹ ਮਾਮਲਾ ਕਾਫੀ ਲੰਬਾ ਪੈ ਸਕਦਾ ਹੈ। ਹੁਣ ਸਵਾਲ ਇਹ ਵੀ ਹੈ ਨਾਲ ਦੇ ਨਾਲ ਕਿ ਕੀ ਇੰਨਾ ਹੀ ਮਾਮਲਾ ਹੈ? ਜਦੋਂ ਕਿਸੇ ਨੂੰ ਤੁਸੀਂ ਪੁੱਛ-ਗਿੱਛ ਲਈ ਬਣਾਉਂਦੇ ਹੋ ਤਾਂ ਕਈ ਤੱਥ ਨਿਕਲ ਕੇ ਆ ਜਾਂਦੇ ਆ। ਇੱਕ ਪਹਿਲੂ ਹੋ ਸਕਦਾ, ਦੂਜਾ ਪਹਿਲੂ ਕਾਫੀ ਅਹਿਮ ਆ ਕਿ ਕੀ ਤੁਹਾਡੀ ਹੀ ਅਖਬਾਰ ਜਾਗਰਣ ਜਿਹਦੇ ਵਿੱਚ ਇੱਕ ਵਾਰੀ ਇਹ ਰਿਪੋਰਟ ਛਾਇਆ ਹੋਈ ਸੀ ਕਿ ਇੱਕ ਚਾਰਜ ਸ਼ੀਟ 'ਚ ਇਹ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੀਆਂ 2 ਡਿਸਟਿਲਰੀਜ਼ ਜਾਂ ਇੱਕ ਨੂੰ ਬੰਦ ਕੀਤਾ ਗਿਆ ਸੀਗਾ, ਔਰ ਉਹ ਬੰਦ ਕੀਤਾ ਗਿਆ ਸੀ ਤਾਂ ਕਿ ਦਿੱਲੀ ਦੇ ਵਿੱਚ ਕੁਝ ਲੈਣ ਦੇਣ ਕੀਤਾ ਜਾ ਸਕੇ, ਕੁਝ ਸਰੈਂਡਰ ਕਰਾਏ ਜਾਣੇ ਸੀਗੇ ਲਾਇਸੈਂਸ। ਮੈਂ ਜੇ ਗਲਤ ਨਹੀਂ ਤਾਂ ਇਹ ਮਾਮਲਾ ਉਦੋਂ ਵੀ ਉੱਠਿਆ ਸੀਗਾ। ਹੁਣ ਜਦੋਂ ਇਹ ਚੀਜ਼ਾਂ ਵਾਪਰਦੀਆਂ, ਕਈ ਵਾਰੀ ਉੱਪਰਲੇ ਅਧਿਕਾਰੀ ਸ਼ਾਮਲ ਨਹੀਂ ਹੁੰਦੇ, ਥੱਲੇ ਦੇ ਅਧਿਕਾਰੀ ਸ਼ਾਮਲ ਹੁੰਦੇ ਆ। ਕਈ ਚੀਜ਼ਾਂ ਐਸੀਆਂ ਹੋਣਗੀਆਂ, ਕਈ L1 ਲਾਇਸੈਂਸ ਧਾਰਕ ਤੇ ਕਈ ਡਿਸਟਿਲਰੀਜ਼ ਦੇ ਮਾਲਕ ਸੀਬੀਆਈ ਤੇ ਈਡੀ ਦੇ ਰਡਾਰ ਤੇ ਰਹੇ, ਪੁੱਛਗਿੱਛ ਹੋਈ। ਮਲਹੋਤਰਾ ਪਰਿਵਾਰ ਦੇ ਵੀ ਇੱਕ ਜੀ ਨੂੰ ਅੰਦਰ ਰੱਖਿਆ ਗਿਆ। ਢੱਲ ਫੈਮਿਲੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਸੀਗਾ, ਬ੍ਰਿੰਡਕੋ ਵਾਲੇ, ਤੁਹਾਨੂੰ ਯਾਦ ਹੋਣਾ। ਕਿੱਥੇ ਕਿੱਥੇ ਕਿਹੜੀ ਚੀਜ਼ 'ਚ ਕਿਹੜੇ ਵਿਅਕਤੀ ਦਾ ਨਾਂ ਆ ਗਿਆ, ਕਿਉਂਕਿ ਪੂਰੇ ਦਾ ਪੂਰਾ ਇੱਕ ਮਹਿਕਮਾ ਇਨਵੋਲਵ ਹੁੰਦਾ। ਕਿਸੇ ਨੇ ਚੰਡੀਗੜ੍ਹੋਂ ਫੋਨ ਕਰਨਾ ਹੋਊਗਾ ਨਾ ਜੀ, ਉਹ ਸਿੱਧਾ ਕਿਸੇ ਫੈਕਟਰੀ 'ਚ ਨਹੀਂ ਕਰੂਗਾ, ਉਹ ਤਾਂ ਆਪਣੇ ਅਧਿਕਾਰੀ ਦੀ ਡਿਊਟੀ ਲਾਊਗਾ। ਹੁਣ ਅਧਿਕਾਰੀ ਦੀ ਡਿਊਟੀ ਜਿਹੜੀ ਆ ਉਹ ਕਾਹਤੇ ਲਾਈ ਗਈ? ਕਿਸੇ WhatsApp ਕਾਲ ਤੇ ਲਾਈ ਗਈ, ਉਹ ਕਿਸੇ ਹੋਰ ਐਪ ਤੋਂ ਫੋਨ ਕਰਕੇ ਲਾਈ ਗਈ, ਕੋਈ ਰਿਟਰਨ 'ਚ ਵੀ ਕੋਈ ਮੈਸੇਜ ਗਿਆ ਵੀ ਆ ਚਾੜ ਦਿਓ ਚੰਦ। ਇਹ ਸਵਾਲ ਆ। ਕਿਸੇ ਵੇਲੇ ਤੁਸੀਂ ਜਦੋਂ ਕਿਸੇ ਕੇਸ ਦੀ ਜਾਂਚ ਵਿੱਚ ਦੇਖੋਗੇ ਤਾਂ ਨਿੱਕੀ ਨੋਟਿੰਗ ਬੜੀ ਅਹਿਮ ਹੁੰਦੀ ਵੀ ਇਹਨੂੰ ਬਾਅਦ ਛੱਡ ਦਿਓ, ਕਾਲਮ ਬਣਾਏ ਜਾਂਦੇ ਆ ਫਲਾਣੇ ਦਾ ਨਾਂ ਆਇਆ, ਇਹਨੂੰ ਇੱਥੇ ਰੱਖ ਲਓ, ਲੋੜ ਪੈਣ ਤੇ ਸੱਦਾਂਗੇ। ਇਹ ਨਾ ਕਿਤੇ ਇਹ ਪੂਰੀ ਜਾਂਚ ਦੌਰਾਨ ਜਿਹੜੀ ਮਹੀਨਿਆਂ ਤੱਕ ਫੈਲੀ ਹੋਈ ਆ ਕਿ ਉਹਦੇ ਵਿੱਚ ਵੱਖ-ਵੱਖ ਮੌਕਿਆਂ ਤੇ ਨਾਂ ਆਏ ਨੇ। ਜੇ ਕਿਤੇ ਇਹਨਾਂ ਨੂੰ ਡਾਟਾਬੇਸ ਬਣਾ ਕੇ ਇਕੱਠਾ ਕਰ ਲਿਆ ਗਿਆ ਤਾਂ ਫਿਰ ਇਹਨਾਂ ਤੋਂ ਲੜੀ ਜੋੜੀ ਜਾਣੀ ਆ। ਹੁਣ ਇਹਨਾਂ ਤੋਂ ਲੜੀ ਜੋੜਦਿਆਂ ਉੱਪਰ ਤੱਕ ਜੇ ਆਣ ਕੇ ਵੱਡੇ ਥਾਂ ਹੱਥ ਪੈ ਜਾਂਦਾ ਤੇ ਉਹ ਫਿਰ ਬਿਊਰੋਕ੍ਰੇਸੀ ਵੀ ਹੋ ਸਕਦੀ ਹੈ ਤੇ ਪੋਲਿਟਿਕਸ ਵੀ ਹੋ ਸਕਦੀ। ਭਾਸਕਰ ਸਾਹਿਬ ਬਿਲਕੁਲ ਠੀਕ ਗੱਲ ਹੈਗੀ ਹੈ। ਜਿਸ ਤਰੀਕੇ ਨਾਲ ਕੱਲ ਸੀਬੀਆਈ ਨੇ ਸਮਨ ਕੀਤੇ ਨੇ, ਇੱਕ ਏਟੀਸੀ ਹੈਗਾ, ਉਹਦੇ ਵਿੱਚੋਂ 2 ਈਟੀਓ ਹੈਗੇ ਨੇ ਤੇ 7 ਇੰਸਪੈਕਟਰ ਹੈਗੇ ਨੇ। ਇਹ ਗੱਲ ਸਾਰੇ ਲੋਕ ਜਾਣਦੇ ਨੇ ਕਿ ਇਹਨਾਂ ਲੋਕਾਂ ਦਾ ਪਾਲਿਸੀ ਬਣਾਉਣ ਦੇ ਵਿੱਚ ਕੋਈ ਹੱਥ ਨਹੀਂ ਹੁੰਦਾ। ਔਰ ਤੁਸੀਂ ਇਸ ਤੋਂ ਪਹਿਲੇ ਸੀਬੀਆਈ ਨੇ 35 ਜਗ੍ਹਾ ਦੇ ਉੱਤੇ ਰੇਡ ਮਾਰ ਚੁੱਕੇ ਨੇ, ਹੈਦਰਾਬਾਦ, ਪੰਜਾਬ ਤੇ ਦਿੱਲੀ, ਬਹੁਤ ਸਾਰੇ ਠਿਕਾਣਿਆਂ ਦੇ ਵਿੱਚ। ਇਹ ਗੱਲ ਬਾਰ-ਬਾਰ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੀ ਪਾਲਿਸੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਸ ਪਾਲਿਸੀ ਦੇ ਵਿੱਚ ਸਟੇਕ ਹੋਲਡਰ ਯਾਨੀ ਕਾਰੋਬਾਰੀ ਉਹੀ ਨੇ ਜਿਹੜੇ ਦਿੱਲੀ ਦੇ ਵਿੱਚ ਸੀਗੇ, ਤੇ ਕਨੈਕਸ਼ਨ ਤੇ ਕਿਸੇ ਨਾ ਕਿਸੇ ਜਗ੍ਹਾ ਜੁੜਦੇ ਨੇ। ਹੁਣ ਕਨੈਕਸ਼ਨ ਫਿਲਹਾਲ ਸੀਬੀਆਈ ਦੀ ਪੰਜਾਬ ਦੇ ਵਿੱਚ ਡਾਇਰੈਕਟ ਐਂਟਰੀ, ਡਾਇਰੈਕਟ ਇਨਵੈਸਟੀਗੇਸ਼ਨ ਵਾਸਤੇ ਸਿਰੇ ਤੋਂ ਨਾ ਹੈਗੀ ਹੈ, ਰੋਕ ਲੱਗੀ ਹੋਈ ਹੈ। ਤੇ ਇਹ ਇੱਕ ਇਨਡਾਇਰੈਕਟ ਤਰੀਕਾ ਵੀ ਹੋ ਸਕਦਾ ਹੈ ਕਿ ਇੱਥੇ ਦੇ ਕੁਝ EMPLOYEES ਨੂੰ, ਆਫੀਸ਼ੀਅਲਸ ਨੂੰ ਬੁਲਾ ਕੇ ਉਹਨਾਂ ਤੋਂ ਪੁੱਛਗਿੱਛ ਬਣਾ ਕੇ ਕੋਈ ਅੱਗੇ ਚੱਲ ਕੇ ਇਸ ਕੇਸ ਨੂੰ ਤੋਰਿਆ ਜਾ ਸਕਦਾ ਹੈ। ਕਿਉਂਕਿ ਜਿੱਥੇ ਤੱਕ ਸਿਸੋਦੀਆ ਉਹਨਾਂ ਦੀ ਜ਼ਮਾਨਤ ਦਾ ਸਵਾਲ ਹੈ, ਉਹਦੇ ਵਿੱਚ ਇਹਨਾਂ 10 ਆਫੀਸ਼ੀਅਲਸ ਦੀ ਸਟੇਟਮੈਂਟ ਜਾਂ ਕੋਈ ਹੋਰ ਗੱਲ ਕਿੰਨਾ ਕੁ ਰੋਕ ਸਕਦੀ ਹੈ ਉਹਨਾਂ ਦੀ ਜ਼ਮਾਨਤ ਨੂੰ? ਇਹ ਇੱਕ ਬੜਾ ਮੁਸ਼ਕਿਲ ਸਵਾਲ ਜਿਹਾ ਹੈਗਾ। ਪਰ ਹਾਂ, ਗੱਲ ਹੁਣ ਪੰਜਾਬ ਵੱਲ ਤੁਰਨੀ ਸ਼ੁਰੂ ਹੋ ਗਈ ਹੈ। ਈਡੀ ਨੇ ਪਹਿਲੇ ਵੀ 3 ਅਫਸਰਾਂ ਨਾਲ ਪੁੱਛਗਿੱਛ ਕੀਤੀ ਸੀਗੀ, ਹੁਣ ਸੀਬੀਆਈ ਨੇ 10 ਅਫਸਰ ਸੱਦ ਲਏ। ਇਹ ਗੱਲ ਕਿਸੇ ਨਾ ਕਿਸੇ ਜਗ੍ਹਾ ਜਿਹੜੇ ਨੰਬਰ 2 ਵਾਲੇ ਮੰਤਰੀ ਹੈਗੇ ਨੇ ਉਹਨਾਂ ਵੱਲ ਗੱਲ ਤੁਰਨੀ ਸ਼ੁਰੂ ਹੋ ਗਈ ਹੈ। ਪਹੁੰਚਦੀ ਕਦੋਂ ਹੈ ਪਤਾ ਨਹੀਂ। ਇਹਦੇ ਵਿੱਚ ਉਹਨਾਂ ਦਾ ਰੋਲ ਕੀ ਹੋ ਸਕਦਾ? ਇਹ ਤਾਂ ਭਾਸਕਰ ਸਾਹਿਬ ਸਾਰੀਆਂ ਗੱਲਾਂ ਅਸੀਂ ਜਿਵੇਂ ਆਮ ਤੌਰ ਤੇ ਪੋਲੀਟੀਕਲ ਇਨਵੋਲਵਮੈਂਟ ਦੀ ਗੱਲ ਹੁੰਦੀ ਆ ਆਪਾਂ ਕਰ ਦਿੰਦੇ ਆ, ਪਰ ਉਹਨਾਂ ਤੱਕ ਗੱਲ ਕਿਉਂ ਪਹੁੰਚੂਗੀ? ਸਵਾਲ ਇਸ ਗੱਲ ਦਾ ਵੀ ਜੇਕਰ ਅਧਿਕਾਰੀਆਂ ਨੂੰ ਸੱਦਿਆ ਗਿਆ, ਅਧਿਕਾਰੀ ਦਿੱਲੀ ਦੇ ਵਿੱਚ ਡਾਇਰੈਕਸ਼ਨ ਲੈ ਕੇ ਆਏ, ਅਧਿਕਾਰੀਆਂ ਨੇ ਨੋਟਿੰਗ ਕੀਤੀ ਵੀ ਫਲਾਣੀ ਜਗ੍ਹਾ ਅਸੀਂ ਗਏ, ਸਾਨੂੰ ਸੱਦਿਆ ਗਿਆ, ਉੱਥੇ ਆਹ ਡਿਸਕਸ ਹੋਇਆ, ਔਰ ਉਹਦੇ ਤੋਂ ਅਗਲੇ ਬੰਨੇ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਉਹਨਾਂ ਨੂੰ ਨੋਟਿੰਗ ਦਿੱਤੀ ਗਈ ਵਿਭਾਗ ਦੇ ਕਮਿਸ਼ਨਰ ਨੇ, ਤੇ ਉਹਨੇ ਅੱਗੇ ਉਹਦੇ ਤੇ ਗਾਂਹ ਵਧਾਤੀ। ਚੀਮਾ ਸਾਹਿਬ ਨੇ ਉੱਤੇ ਫੈਸਲੇ ਲਏ ਹੋਣਗੇ, ਉਹ ਫੈਸਲੇ ਕੈਬਨਿਟ 'ਚ ਲਏ ਨੇ, ਉਹ ਸਰਕਾਰ ਦਾ ਅਖਤਿਆਰ ਖੇਤਰ ਸੀ ਕਿ ਨਹੀਂ ਖੇਤਰ ਸੀ, ਇਹ ਸਾਰੀਆਂ ਗੱਲਾਂ ਵੇਖੀਆਂ ਜਾਣਗੀਆਂ। ਮੈਨੂੰ ਲੱਗਦਾ ਹਰਪਾਲ ਚੀਮਾ ਬਹੁਤੇ ਜ਼ਿਆਦਾ ਕਿਸੇ ਕੁੜਕੀ 'ਚ ਨਹੀਂ ਲੱਗਦੇ ਫਿਲਹਾਲ, ਪਰ ਸਿਆਸਤ ਨਿੱਕੇ ਜਿਹੇ ਮਾਮਲੇ 'ਚ ਵੀ ਵੱਡੀ ਹੋ ਜਾਂਦੀ ਆ। ਹੁਣ ਇੰਦਰਪ੍ਰੀਤ ਜੀ ਗੱਲ ਕਰ ਰਹੇ ਸੀ ਵੀ ਕਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਮੈਂ ਗੂਗਲ ਕਰ ਰਿਹਾ ਸੀਗਾ, 27 ਫਰਵਰੀ ਨੂੰ ਸੀਬੀਆਈ ਨੇ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਸੀ, ਤੇ
ਲਗਭਗ 14 ਕੁ ਦਿਨ ਬਾਅਦ ਤਾਂ ਇਹਨਾਂ ਨੂੰ ਜਾਂ ਤਾਂ ਰਿਹਾ ਕਰ ਦਿੰਦੇ ਹੁੰਦੇ ਆ, ਕੋਈ ਜ਼ਮਾਨਤ ਮਿਲ ਜਾਂਦੀ ਆ ਏਡੇ ਵੱਡੇ ਬੰਦਿਆਂ ਨੂੰ। ਈਡੀ ਨੇ 9 ਤਰੀਕ ਨੂੰ ਆਪਣੀ ਗ੍ਰਿਫਤਾਰੀ ਦਿਖਾਤੀ। ਹੁਣ ਈਡੀ ਦੀ ਗ੍ਰਿਫਤ ਆ ਉਹ ਕਾਫੀ ਭਾਰੀ ਪੈਂਦੀ ਆ। ਸੋ ਹੁਣ ਈਡੀ ਇਹਦੇ ਵਿੱਚ ਪੰਜਾਬ 'ਚ ਕਦੋਂ ਸ਼ਾਮਲ ਹੁੰਦੀ ਆ ਇਹ ਦੇਖਣ ਵਾਲੀ ਗੱਲ ਆ। ਪਰ ਇੰਦਰਪ੍ਰੀਤ ਜੀ ਐਕਸਾਈਜ਼ ਤੇ ਆਏ ਆ ਤੇ ਖਾਸਾ ਫੈਕਟਰੀ ਦੀ ਵੀ ਗੱਲ ਕਰ ਲਓ। ਜਿਹੜੀ 2 ਨੰਬਰ 'ਚ ਸ਼ਰਾਬ ਬਣਦੀ ਆ, ਜਿਹੜੀ ਸ਼ਰਾਬ ਗੈਰ ਕਾਨੂੰਨੀ ਆ, ਜਿਹੜੀ ਸ਼ਰਾਬ ਬਹੁਤ ਮਹਿੰਗੀ ਸ਼ਰਾਬ ਹੈ ਲੇਕਿਨ ਅੰਦਰ ਉਹਦੇ ਵਿੱਚ ਤੁਸੀਂ ਸਸਤੀ ਸ਼ਰਾਬ ਪਾ ਕੇ ਬੋਟਲਿੰਗ ਕਰ ਦਿੰਦੇ ਹੋ, ਇਹ ਪੰਜਾਬ ਲਈ ਬੜਾ ਵੱਡਾ ਨੁਕਸਾਨ ਹੈ। ਤੇ ਇਹਦੇ ਵਿੱਚ ਇਸ ਤਰ੍ਹਾਂ ਦੀ ਮਿਲਾਵਟ ਦੇ ਵਿੱਚ ਲੋਕਾਂ ਦੀ ਸਿਹਤ ਦਾ ਨੁਕਸਾਨ ਵੀ ਬਹੁਤ ਵੱਡਾ। ਇਹ ਮਾਮਲਾ ਕਿੱਥੇ ਕੁ ਪਹੁੰਚਿਆ? ਰੰਧਾਵਾ ਸਾਹਿਬ ਦੇਖੋ, ਜਿਹੜਾ ਆਪਾਂ ਕੱਲ ਖਾਸਾ ਫੈਕਟਰੀ ਦੀ ਗੱਲ ਕੀਤੀ ਸੀ ਵੀ ਖਾਸਾ ਫੈਕਟਰੀ ਦੇ ਵਿੱਚ ਜਿਹੜੀਆਂ ਬਲੈਕ ਡੌਗ ਲੈਵਲ ਦੀਆਂ ਸ਼ਰਾਬ ਹੈਗੀਆਂ ਨੇ, ਇਸ ਤਰ੍ਹਾਂ ਦੀ ਲੇਬਲਿੰਗ ਕਰਕੇ ਜਿਹੜੀਆਂ ਵਿਕ ਰਹੀਆਂ ਨੇ, ਉਹ ਬਹੁਤ ਸੀਰੀਅਸ ਮਾਮਲਾ ਸੀਗਾ। ਕਿਉਂਕਿ ਜਦੋਂ ਤੁਸੀਂ ਇੰਨੀ ਮਹਿੰਗੀ ਸ਼ਰਾਬ ਵੀ ਖਰੀਦਦੇ ਹੋ ਔਰ ਤੁਹਾਨੂੰ ਉਹ ਘਟੀਆ ਮਿਲੇ ਜਾਂ ਠੀਕ ਨਾ ਮਿਲੇ, ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਆਉਂਦੀਆਂ ਨੇ ਸਾਹਮਣੇ, ਤਾਂ ਸਾਡੀ ਮਤਲਬ ਉਹਨਾਂ ਡਿਸਟਿਲਰੀਆਂ ਦਾ ਵੀ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਛਵੀ ਖਰਾਬ ਹੁੰਦੀ ਹੈ। ਕਿਉਂਕਿ ਬ੍ਰਾਂਡ ਹੀ ਸਭ ਕੁਝ ਹੁੰਦਾ। ਮੈਂ ਇਹ ਗੱਲ ਐਸਟੈਬਲਿਸ਼ ਕਰਨਾ ਚਾਹੁੰਦਾ ਕਿ ਬ੍ਰਾਂਡ ਹੀ ਸਭ ਕੁਝ ਹੁੰਦਾ। ਉਹ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ, ਉਹ ਲਗਭਗ ਇਹਨਾਂ ਕੋਲ ਹੁਣ ਸਾਰੀ ਰਿਪੋਰਟ ਤਿਆਰ ਹੋ ਗਈ ਹੈ। ਸਾਡੀ ਅੰਮ੍ਰਿਤਸਰ ਦੀ ਟੀਮ ਨੇ ਉਸੇ ਖਬਰ ਵੀ ਕੀਤੀ। ਉਸ ਤੋਂ ਬਾਅਦ ਤਾਂ ਸਰਕਾਰ ਨੇ ਉਸ 'ਤੇ ਪ੍ਰੈਸ ਨੋਟ ਵੀ ਇੱਕ ਜਾਰੀ ਕੀਤਾ ਹੈਗਾ ਕਿ ਅਸੀਂ ਇਹ ਸਾਰਾ ਮਾਮਲਾ ਪਕੜਿਆ ਹੈਗਾ। ਪਰ ਇਹ ਇਕੱਲਾ ਇੱਕ ਡਿਸਟਿਲਰੀ ਦਾ ਮਾਮਲਾ ਨਹੀਂ ਹੈ, ਕਿਉਂਕਿ ਪੰਜਾਬ ਦੇ ਵਿੱਚ 14-15 ਡਿਸਟਿਲਰੀਆਂ ਹੈਗੀਆਂ ਨੇ। ਹੁਣ ਉਹ ਪੰਜਾਬ ਦੀਆਂ ਡਿਸਟਿਲਰੀਆਂ ਵੀ ਕਿਤੇ ਤੋਂ ਵੀ ਜਿਹੜੇ ਅੰਦਰਲੇ ਛੋਟੇ EMPLOYEES ਨੇ ਕਿਤੇ ਇਹ ਕੰਮ ਤਾਂ ਨਹੀਂ ਕਰ ਰਹੇ, ਕਿਉਂਕਿ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ, ਈਵਨ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸ਼ਰਾਬ ਹੈਗੀ ਹੈ ਉਹ ਇਸ ਤਰ੍ਹਾਂ ਦੀ ਹੀ ਵਿਕ ਰਹੀ ਹੈ। ਤਾਂ ਉਹਦੇ ਵਿੱਚ ਜਿਹੜਾ ਡਿਪਾਰਟਮੈਂਟ ਨੂੰ ਇਹ ਸ਼ੱਕ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਛੋਟੇ ਲੈਵਲ ਦੇ ਜਿਹੜੇ ਟੈਕਨੋਕ੍ਰੇਟਸ ਹੈਗੇ ਨੇ, ਜਿਹੜੇ ਅੰਦਰ ਸ਼ਰਾਬ ਦਾ ਕੰਮ ਬਣਾਉਣ ਦਾ ਕੰਮ ਕਰਦੇ ਆ, ਉਹ ਇਹ ਕੰਮ ਕਰਦੇ ਆ। ਤੇ ਉਹ ਕਿਸ ਲੈਵਲ ਤੇ ਕਰਦੇ ਆ, ਉਹਨਾਂ ਨੇ ਕੀ ਸਾਧਨ ਬਣਾ ਰੱਖੇ ਆ, ਕਿਵੇਂ ਬਾਹਰ ਨਿਕਲਦੀ ਹੈ, ਕਿੱਥੇ ਲੈਬਲਿੰਗ ਹੁੰਦੀ ਹੈ, ਸਾਰੀ ਚੀਜ਼ਾਂ ਦੀ ਇੱਕ ਵੱਡੀ ਜਾਂਚ ਵਾਸਤੇ ਜਿਹੜੀਆਂ ਨੇ ਉਹ ਕਮੇਟੀਆਂ ਗਠਿਤ ਕਰਤੀਆਂ ਨੇ। ਉਹ ਹੁਣ ਜਿਹੜੀਆਂ ਕਮੇਟੀਆਂ ਹੈਗੀਆਂ ਉਹ ਆਪਣਾ ਕੰਮ ਕਰ ਰਹੀਆਂ। ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ। ਇਹ ਬੜੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਥੋੜੀ ਦੇਰ ਲਈ ਅੱਖਾਂ ਭੰਜਾਓ ਤੇ ਗੱਲ ਖਤਮ। ਭਾਸਕਰ ਸਾਹਿਬ, ਵੈਸੇ ਤਾਂ ਦੇਸ਼ ਦੀ ਰਾਜਨੀਤੀ ਇਸ ਵੇਲੇ ਜੇ ਦੇਖੀਏ ਤਾਂ ਦੁਨੀਆ ਦੇ ਫੋਕਸ ਵਿੱਚ ਹੈ ਔਰ G20 ਦੇ ਨਜ਼ਰੀਏ ਤੋਂ ਕਾਫੀ ਗਹਿਮਾ ਗਹਿਮੀ ਆ। ਇੱਕ ਛੋਟੀ ਜਿਹੀ ਝਾਤ ਉੱਥੇ ਪਵਾ ਕੇ ਸਿੱਧੇ ਆਇਓ, ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਬਿਲਕੁਲ ਕਲੀਅਰ ਕਰਤਾ ਹੈ ਸਟੈਂਡ। ਉਹਨਾਂ ਨੇ ਆਪਣਾ ਨਜ਼ਰੀਆ ਸਾਫ਼ ਕਰਤਾ ਹੈ। ਸਾਹਮਣੇ ਨੇਮ ਪਲੇਟ ਤੇ ਭਾਰਤ ਲਿਖਿਆ ਹੋਇਆ ਸੀਗਾ, ਇੱਥੇ ਅਕਸਰ ਇੰਡੀਆ ਦੇਖਣ ਨੂੰ ਮਿਲਦਾ ਹੈ। ਖੈਰ ਰਾਜਨੀਤੀ ਹੈ ਨਾ ਜੀ, ਜਿਹੜੀ ਰਾਜਨੀਤੀ ਕੋਈ ਕਰਨਾ ਚਾਹੁੰਦਾ, ਇੰਡੀਆ ਤੇ ਭਾਰਤ ਵੱਖੋ ਵੱਖ ਨਹੀਂ, ਸੰਵਿਧਾਨ ਦੀ ਪਹਿਲੀ ਲਾਈਨ 'ਚ ਦੋਨਾਂ ਨੂੰ ਇੱਕੋ ਜਿਹੀ ਤਰਜੀਹ ਮਿਲੀ ਹੋਈ ਹੈ। ਪਰ ਅਗਲਿਆਂ ਨੇ ਆਪਣੀ ਤਰਜੀਹ ਕਲੀਅਰ ਕਰਤੀ ਹੈ। ਹੁਣ ਤੁਸੀਂ ਕਿਸ ਦਿਸ਼ਾ 'ਚ ਜਾਣਾ ਤੁਹਾਡੀ ਮਰਜ਼ੀ। ਅਗਲੇ ਕਹਿੰਦੇ ਅਸੀਂ ਇਸ ਤਰ੍ਹਾਂ ਦੀ ਰਾਜਨੀਤੀ ਕਰਨੀ ਆ ਤੇ ਉਹ ਕਰ ਰਹੇ ਨੇ। ਇੱਕ ਤਾਂ ਇਹਦੇ ਨਾਲ ਸਾਂਝ ਪਵਾ ਦਿਓ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ। ਵੈਸੇ ਬੀਜੇਪੀ ਨੇ ਆਪਣੀਆਂ ਜਿੰਨੀਆਂ ਸੀਟਾਂ ਨੇ ਲੋਕ ਸਭਾ ਦੀਆਂ, ਉਹਨੂੰ ਲੜਨ ਲਈ ਜਿਹੜੀ ਰਣਨੀਤੀ ਅਪਣਾਈ ਆ ਉਹ ਵੀ ਬੜੀ ਰੌਚਕ ਤੇ ਦਿਲਚਸਪ ਆ। ਇਹਦਾ ਮੁਕਾਬਲਾ ਹੁਣ ਇੰਡੀਆ ਵਾਲੇ ਕਿਵੇਂ ਕਰਨਗੇ? ਇਕੱਠੇ ਰਹਿ ਪਾਉਂਦੇ? ਇਹ ਵੀ ਸਵਾਲ ਅਜੇ ਹੈਗਾ, ਪਰ ਗਲਤ ਹੋ ਰਿਹਾ। ਇੰਡੀਆ ਦਾ ਨਾਂ ਭਾਰਤ ਕਰਨ ਦੀ ਗੱਲ ਜਦ ਰਾਸ਼ਟਰਪਤੀ ਦਾ ਇਨਵੀਟੇਸ਼ਨ ਕੱਲ ਦੇ ਡਿਨਰ ਵਾਸਤੇ ਜਾਂਦਾ ਹੈ ਤੇ ਉੱਥੇ ਰਾਸ਼ਟਰਪਤੀ ਯਾਨੀ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਹੁੰਦਾ ਹੈ, ਤਦੋਂ ਇਹ ਗੱਲ ਚੱਲਣੀ ਸ਼ੁਰੂ ਹੁੰਦੀ ਹੈ। ਤੇ ਹੁਣ ਤੇ 18 ਤੋਂ 22 ਦੇ ਵਿੱਚ ਸੈਸ਼ਨ ਦੇ ਵਿੱਚ ਇਹ ਗੱਲ ਅੱਗੇ ਵੀ ਤੁਰੇਗੀ। ਪਰ ਉਸ ਤੋਂ ਪਹਿਲੇ G20 ਦਾ ਜਿਹੜਾ ਇੱਕ ਪੂਰਾ ਕੌਮਾਂਤਰੀ ਪੱਧਰ ਤੇ ਕਾਫੀ ਸਾਰੇ ਦੇਸ਼ਾਂ ਦੇ ਵੱਡੇ ਪ੍ਰਧਾਨ ਮੰਤਰੀ, ਪ੍ਰੈਜ਼ੀਡੈਂਟ ਵੀ ਕੱਲ ਉੱਥੇ ਸੀਗੇ। ਉਹਦੇ ਵਿੱਚ ਪ੍ਰਧਾਨ ਮੰਤਰੀ ਦੀ ਜਿਹੜੀ ਡਾਇਸ ਸੀਗਾ ਉਹਦੇ ਸਾਹਮਣੇ ਲਿਖਿਆ ਹੋਇਆ ਸੀ ਭਾਰਤ। ਉਹਦੇ ਨਾਲ ਗੱਲ ਸਾਫ਼ ਹੋ ਗਈ ਵੀ ਇੰਡੀਆ ਦਾ ਨਾਂ ਭਾਵੇਂ ਆਫੀਸ਼ੀਅਲੀ ਪਾਰਲੀਮੈਂਟ ਦੇ ਵਿੱਚ ਕੋਈ ਐਕਟ ਜਾਂ ਕੁਝ ਅਮੈਂਡਮੈਂਟ ਕਰਕੇ ਹੋਣਾ ਹੈ, ਪਰ ਉਸ ਤੋਂ ਪਹਿਲੇ ਹੀ ਇੰਡੀਆ ਦੈਟ ਇਜ਼ ਭਾਰਤ। ਔਰ ਹੁਣ ਉਹ ਭਾਰਤ ਵਾਲੀ ਗੱਲ ਅੱਗੇ ਤੁਰ ਗਈ। ਔਰ ਕੱਲ ਇੱਕ ਮੈਗਜ਼ੀਨ ਵੀ ਉੱਥੇ ਡਿਸਟ੍ਰੀਬਿਊਟ ਕੀਤੀ, 24 ਪੇਜ ਦੀ ਇਹ ਮੈਗਜ਼ੀਨ ਸੀਗੀ। ਉਹ ਭਾਰਤ ਦੇ ਉੱਤੇ ਹੀ ਔਰ ਭਾਰਤ ਦਾ ਕੰਟਰੀਬਿਊਸ਼ਨ, ਭਾਰਤ ਦੇ ਇਤਿਹਾਸ, ਸਾਰੀ ਗੱਲਾਂ ਦੇ ਉੱਤੇ ਉਹਦੇ ਵਿੱਚ ਸੀਗਾ। ਔਰ ਜਦ ਉਹ ਡਿਸਟ੍ਰੀਬਿਊਟ ਹੋਈ, ਮੇਰੇ ਖਿਆਲ ਨਾਲ ਮਿੰਟਾਂ ਦੇ ਵਿੱਚ ਹੀ ਉਹ ਸਟੈਂਡ ਤੋਂ ਖਤਮ ਹੋ ਗਈ ਸੀ। ਇਹ ਸਾਰੀ ਗੱਲ ਹੁਣ ਅੱਗੇ ਤੁਰਨੀ ਸ਼ੁਰੂ ਹੋਈ ਹੈ। ਔਰ ਭਾਰਤ ਦੀ ਮਹਾਨਤਾ ਨੂੰ ਜਿਸ ਤਰੀਕੇ ਨਾਲ ਕੱਲ G20 ਸਮਿਟ ਦੇ ਇਨੋਗ੍ਰੇਸ਼ਨ ਦੇ ਟਾਈਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਨਰੇਟ ਵੀ ਕੀਤਾ, ਉਹ ਆਪਣੇ ਆਪ ਵਿੱਚ ਗੱਲ ਸਥਿਤੀ ਹੈ, ਸਾਫ਼ ਹੈ ਕਿ ਆਉਣ ਵਾਲੇ ਟਾਈਮ ਵਿੱਚ ਇੰਡੀਆ ਭਾਰਤ ਦੇ ਨਾਂ ਤੇ ਜਾਣਿਆ ਜਾਏਗਾ। ਔਰ ਇੰਡੀਆ ਅਲਾਈਅੰਸ ਜਿਹੜਾ ਨਵਾਂ ਬਣਿਆ ਹੈ ਉਹ ਹੁਣ ਇੰਡੀਆ ਤੇ ਹੁਣ ਆਪਣਾ ਦੇਸ਼ ਭਾਰਤ,
ਇਹ ਗੱਲ ਬਿਲਕੁਲ ਸਾਫ਼ ਹੈ। ਹੁਣ ਤੁਸੀਂ ਬੀਜੇਪੀ ਦੀ ਉਹ ਪਰ strategy ਇਹਦੇ ਜਾਣਿਆ ਜਾਵੇਗਾ, ਇਸ ਗੱਲ ਦੀ ਨਿਰਭਰਤਾ ਇਸ ਗੱਲ ਨਾਲ ਵੀ ਆ ਕਿ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਿੰਨੀਆਂ ਸੀਟਾਂ 24 ਚ ਲੈ ਕੇ ਆ ਜਾਂਦੀ ਹੈ, ਨਿਰਭਰਤਾ ਇਸ ਗੱਲ ਤੇ ਵੀ ਰਹੇਗੀ। ਖੈਰ ਹੁਣ ਤੁਸੀਂ ਆ ਰਹੇ ਹੋ ਕਿ ਉਹ ਕਿੰਨੀਆਂ ਸੀਟਾਂ ਲੈ ਪਾਉਣ, ਇਹਦੇ ਲਈ ਰਣਨੀਤੀ ਕੀ ਆ, ਉਹ ਬੜੀ ਦਿਲਚਸਪ ਇੱਕ ਛਾਇਆ ਹੋਈ ਹੈ ਰਿਪੋਰਟ। ਦੇਖੋ, ਇਸ ਤੋਂ ਪਹਿਲੇ ਕਿ ਮੈਂ ਰਣਨੀਤੀ ਜਾਂ ਰਾਜਨੀਤੀ ਬੀਜੇਪੀ ਦੀ ਕੀ ਸਟ੍ਰੈਟਜੀ ਹੈਗੀ ਉਹਦੇ ਉੱਤੇ ਡਿਸਕਸ਼ਨ ਕਰਾਂ, ਇੱਕ ਮੈਨੂੰ ਲੱਗਦਾ ਇਹ ਖਬਰ ਲੋਕਾਂ ਨੂੰ, ਆਪਣੇ ਦਰਸ਼ਕਾਂ ਨੂੰ ਦੱਸਣਾ ਜ਼ਰੂਰੀ ਹੈ। ਕੱਲ ਚੰਦਰ ਬਾਬੂ ਨਾਇਡੂ ਜਿਹੜੇ ਉਹ TDP ਦੇ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਨੇੜੇ ਵੀ ਨਜ਼ਰ ਆ ਰਹੇ ਸੀ, ਉਹਨਾਂ ਨੂੰ ਕੱਲ ਸਵੇਰੇ 3 ਵਜੇ ਜਿੱਦਾਂ ਸਾਡੇ ਧਰਮਸੋਤ ਉਹਨਾਂ ਨੂੰ ਫੜਿਆ ਸੀਗਾ, ਉੱਦਾਂ ਹੀ ਉਹ ਆਪਣੀ ਉਹ ਵੈਨ ਜਿਹਦੇ ਵਿੱਚ ਉਹ ਕੈਂਪੇਨ ਕਰਨ ਵਾਸਤੇ ਪੂਰੇ ਆਂਧਰ ਪ੍ਰਦੇਸ਼ ਦੇ ਵਿੱਚ ਨਿਕਲੇ ਸੀਗੇ, ਉੱਥੋਂ ਉਹਨਾਂ ਨੂੰ ਫੜ ਲਿਆ। 371 ਕਰੋੜ ਦਾ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਇਹ ਮਾਮਲਾ ਹੈਗਾ। ਉਹਦੇ ਵਿੱਚ ਭਾਵੇਂ ਇਹ ਮਾਮਲਾ 2014 ਤੋਂ ਲੈ ਕੇ 2019 ਦਾ ਹੈ, ਪਰ ਕੱਲ ਅਚਾਨਕ ਹੀ ਜਿਹੜੇ YSR ਕਾਂਗਰਸ ਦੀ ਸਰਕਾਰ ਹੈਗੀ ਹੈ, ਜਗਨ ਰੈੱਡੀ, ਉਹਨਾਂ ਨੇ ਐਕਸ਼ਨ ਮੋਡ ਦੇ ਵਿੱਚ ਆ ਕੇ, ਖਾਸ ਕਰਕੇ ਇਹ ਖਬਰ ਇਸ ਕਰਕੇ ਵੀ ਇੰਪੋਰਟੈਂਟ ਹੋ ਜਾਂਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਖਬਰ ਆਈ ਸੀ ਕਿ NDA ਦੇ TDP ਵੀ ਕਾਫੀ ਨਜ਼ਦੀਕ ਹੈ। ਭਾਵੇਂ YSR ਰੈੱਡੀ ਦੀ ਸਰਕਾਰ ਨੇ ਜਾਂ ਮੁੱਖ ਮੰਤਰੀ ਨੇ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਰਾਜ ਸਭਾ ਦੇ ਵਿੱਚ ਸਮਰਥਨ ਦਿੱਤਾ ਸੀਗਾ ਬੀਜੇਪੀ ਨੂੰ, ਪਰ ਹੁਣ ਬੀਜੇਪੀ ਕੋਲ ਇੱਕੋ ਹੀ ਆਪਸ਼ਨ ਰਹਿ ਗਈ ਕਿ ਜਗਨ ਰੈੱਡੀ ਉਹਨਾਂ ਦੇ ਨਾਲ ਹੀ ਜਾਣਾ ਪਏਗਾ, ਕਿਉਂਕਿ TDP ਦੇ ਲੀਡਰਸ਼ਿਪ ਨੂੰ ਉਹਨਾਂ ਨੇ ਦਾਗੀ ਕਰਤਾ। ਹੁਣ ਗੱਲ ਕਰੀਏ ਬੀਜੇਪੀ ਦੀ ਉਸ ਰਣਨੀਤੀ ਦੀ ਕਿ ਅੱਗੇ ਚੱਲ ਕੇ 2024 ਦੀ ਇਲੈਕਸ਼ਨ ਭਾਵੇਂ ਮਈ ਦੇ ਵਿੱਚ ਡਿਊ ਹੈਗੀ ਹੈ, ਅਪ੍ਰੈਲ ਮਈ ਦੇ ਵਿੱਚ ਇਲੈਕਸ਼ਨ ਹੋਣਾ ਹੈ, ਪਰ ਜੁਰਾਬਾਂ ਉੱਤੇ ਕਰ ਲਈ ਹੈ, ਜਿਹਨੂੰ ਕਹਿੰਦੇ ਨਾ ਕਮਰ ਕੱਸ ਲਈ ਹੈ ਉਹਨਾਂ ਨੇ, ਔਰ ਕਾਲ ਸੈਂਟਰ ਖੋਲਣ ਦੀ ਗੱਲਾਂ ਚੱਲ ਰਹੀ ਹੈ। ਹਰ ਇੱਕ ਸਟੇਟ ਦੇ ਵਿੱਚ 2 ਵੱਡੇ ਕਾਲ ਸੈਂਟਰ ਖੋਲੇ ਜਾਣਗੇ, ਔਰ ਉਹਨਾਂ ਕਾਲ ਸੈਂਟਰ ਦੇ ਵਿੱਚ 20,000 ਦੇ ਕਰੀਬ ਮੁਲਾਜ਼ਮ ਹੋਣਗੇ, EMPLOYE ਹੋਣਗੇ, ਫੌਜ ਹੋਏਗੀ, ਜਿਹੜੀ ਬੀਜੇਪੀ ਦੇ ਕਾਰਜਕਾਲ ਦੇ ਵਿੱਚ ਜਾਂ NDA ਦੇ ਕਾਰਜਕਾਲ ਦੇ ਵਿੱਚ ਪ੍ਰਧਾਨ ਮੰਤਰੀ ਦੀ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਏਗੀ। ਨਾ ਕੇਵਲ ਪ੍ਰਧਾਨ ਮੰਤਰੀ ਦੀ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਏਗੀ, ਬਲਕਿ ਦੂਜੀ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਆਉਣ ਵਾਲੇ ਟਾਈਮ ਵਿੱਚ ਰੈਲੀ ਹੋਏਗੀ, ਉਸ ਰੈਲੀ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਉੱਤੇ ਵੀ ਜੀਓ ਮੈਪਿੰਗ ਦੇ ਜ਼ਰੀਏ ਨਜ਼ਰ ਰੱਖੀ ਜਾਏਗੀ, ਔਰ ਉਹਨਾਂ ਨੂੰ ਸਮਝਾਇਆ ਜਾਏਗਾ ਵੀ ਤੁਸੀਂ ਉੱਥੇ ਕਿਉਂ ਜਾ ਰਹੇ ਹੋ, ਇੱਥੇ ਆਓ। ਇੱਥੇ 127 ਰੈਲੀਆਂ ਦਾ ਇੱਕ ਪ੍ਰੋਗਰਾਮ ਵੀ ਤਿਆਰ ਕੀਤਾ ਗਿਆ ਹੈ, ਜਿਹੜਾ ਅਕਤੂਬਰ ਤੋਂ ਬਾਅਦ ਫਾਈਨਲਾਈਜ਼ ਹੋਏਗਾ। ਇਹ ਰੈਲੀਆਂ ਵਧਾਈ ਵੀ ਜਾ ਸਕਦੀ ਹੈ, ਘੱਟ ਵੀ ਕੀਤੀ ਜਾ ਸਕਦੀ ਹੈ, ਪਰ ਹਜੇ ਇੰਡੀਆ ਅਲਾਈਅੰਸ ਸੀਟ ਸ਼ੇਅਰਿੰਗ ਦੇ ਮਾਮਲੇ ਦੇ ਵਿੱਚ ਕਨਫਿਊਜ਼ ਨਜ਼ਰ ਆਉਂਦਾ ਹੈ। ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ, ਹੋਰ ਸੂਬਿਆਂ ਦੇ ਵਿੱਚ ਇਹ ਝਗੜਾ ਹਜੇ ਅੱਗੇ ਚੱਲ ਕੇ ਵਧਣਾ ਹੈ। ਉੱਥੇ ਭਾਜਪਾ ਨੇ ਆਪਣੀ ਤਿਆਰੀ ਪੂਰੀ ਜ਼ਬਰਦਸਤ ਤਰੀਕੇ ਨਾਲ ਕਰ ਲਈ ਹੈ, ਔਰ 2 ਵਾਰ ਰੂਮ ਹੁੰਦੇ ਨੇ ਇਲੈਕਸ਼ਨ ਦੇ ਵਿੱਚ। ਕਿਸ ਤਰੀਕੇ ਨਾਲ ਤੁਸੀਂ ਸਟ੍ਰੈਟੇਜੀ ਬਣਾਉਣੀ ਹੈ, ਹਰ ਸੂਬੇ ਦੇ ਵਿੱਚ ਬਣਾਉਣ ਦੀ ਤਿਆਰੀ ਹੈ, ਜਿਹਦੇ ਵਿੱਚ 10 ਸੀਟਾਂ ਤੋਂ ਵੱਧ ਲੋਕ ਸਭਾ ਦੀ ਸੀਟਾਂ ਹੈਗੀਆਂ, ਯਾਨੀ 160 ਸੀਟਾਂ ਦੇ ਉੱਤੇ, ਜਿਹਨੂੰ ਬੀਜੇਪੀ ਵੀਕ ਸੀਟ ਮੰਨਦੀ ਹੈ ਜਾਂ ਵੀਕ ਵਿਕਟ ਮੰਗਦੀ ਹੈ, ਉਹਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ JP ਨੱਡਾ ਉਹਨਾਂ ਨੇ ਇੱਕ ਵਿਸਤਾਰ ਪੂਰਵਕ ਇੱਕ ਮੀਟਿੰਗ ਕੀਤੀ ਸੀ, ਔਰ ਉਹਦੇ ਵਿੱਚ ਕਈਆਂ ਦੇ ਉੱਤੇ ਤੇ ਕੈਂਡੀਡੇਟ ਸਿਲੈਕਸ਼ਨ ਤੱਕ ਦਾ ਵੀ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ। ਇਹ ਸਟ੍ਰੈਟੇਜੀ ਆਪਣੇ ਆਪ ਵਿੱਚ ਇੰਡੀਆ ਅਲਾਈਅੰਸ ਨੂੰ ਜਿਸ ਤਰੀਕੇ ਨਾਲ ਕਹਿੰਦੇ ਨਾ ਦੁਸ਼ਮਣ ਸੁੱਤਾ ਪਾਇਆ ਗਿਆ, ਇਦਾਂ ਦੇ ਹਾਲਾਤ ਨਾ ਪੈਦਾ ਹੋ ਜਾਣ ਕਿ ਇੱਥੇ ਝਗੜੇ ਪੰਜਾਬ ਤੋਂ ਲੈ ਕੇ ਦੂਜੇ ਸੂਬਿਆਂ ਦੇ ਵਿੱਚ ਚੱਲਦੇ ਹੋਣ ਤੇ ਬੀਜੇਪੀ ਆਪਣੀ ਫੌਜ ਲੈ ਕੇ ਉਹ ਬੈਟਲ ਗਰਾਊਂਡ ਦੇ ਵਿੱਚ ਪਹਿਲੇ ਹੀ ਪਹੁੰਚ ਜਾਏ। ਇੰਦਰਪ੍ਰੀਤ ਜੀ, ਭਾਸਕਰ ਸਾਹਿਬ ਆਪਣਾ ਤੋੜਾ ਜ਼ਰੂਰ ਝਾੜ ਲੈਂਦੇ, ਪਰ ਸਵਾਲ ਇਹ ਹੈ ਕਿ ਜਿਹੜਾ TDP ਦੀ ਗੱਲ ਇਹਨਾਂ ਨੇ ਕੀਤੀ ਹੈ ਵੀ ਬੀਜੇਪੀ ਨੂੰ ਹੁਣ ਜਗਨ ਮੋਹਨ ਰੈੱਡੀ ਨਾਲ ਜਾਣਾ ਪਏਗਾ। ਬੀਜੇਪੀ ਨੂੰ ਇਸ ਵੇਲੇ ਕੋਈ ਕਿਸੇ ਨਾਲ ਪਰਹੇਜ਼ ਨਹੀਂਗਾ, ਜਿਹਦੀਆਂ 4 ਸੀਟਾਂ ਆ ਸਕਦੀਆਂ ਉਹ ਕਹਿਣਗੇ ਠੀਕ ਆ, ਉਹਨਾਂ ਨੂੰ ਆਪਣਾ ਵਜਾਉਣ ਦਿਓ ਰਾਗ, ਤੁਸੀਂ ਆਪਣਾ ਵਜਾਈ ਚੱਲੋ, ਉਹ ਦੋਨਾਂ ਨੂੰ ਹੀ ਹੱਥ ਫੇਰੀ ਜਾਣਗੇ, ਤੇ ਜਿਹੜਾ ਬਿਹਤਰ ਪਰਫਾਰਮੈਂਸ ਨਾਲ ਆ ਗਿਆ ਉਹ ਤਾਂ ਨਾਲ ਹੈਗਾ ਹੀ ਆ, ਤੇ ਜੇਕਰ ਬੀਜੇਪੀ ਦੀਆਂ ਆਪਣੀਆਂ ਸੀਟਾਂ ਆ ਗਈਆਂ ਤਾਂ ਫਿਰ ਕੋਈ ਵੀ ਲੋੜ ਨਹੀਂ ਹੁੰਦੀ, ਤੇ ਜੇਕਰ ਬਹੁਤੀਆਂ ਘਟ ਗਈਆਂ ਤੇ ਬਾਹਰੋਂ ਜੰਨੇ ਆ ਇਧਰਲੇ ਬੰਨੇ ਕੰਧ ਕੁੰਧ ਤੇ ਬੈਠਣ ਤੋਂ ਬਾਹਰ ਵੀ ਹੈਗੇ, ਜਿਹੜੇ ਤੁਸੀਂ ਕਹਿੰਦੇ ਹੁੰਦੇ ਹੋ ਜਿਹੜੇ ਇੰਡੀਆ ਗੱਠਜੋੜ ਵਾਲੇ, ਪਤਾ ਨਹੀਂ ਕਿੰਨਿਆਂ ਨੇ ਛਾਲਾਂ ਮਾਰ ਜਾਣੀਆਂ। ਤਾਂ ਹੀ ਤਾਂ ਕਾਂਗਰਸੀ ਕਹਿੰਦੇ ਆ ਉਹ ਤੁਹਾਡਾ ਢਿੱਡ ਦੁਖਦਾ, ਇੱਥੇ ਰਲ ਕੇ ਲੜ ਲਓ, ਬਾਅਦ ਚ ਕੀਤਾ ਕਿੰਨੇ ਕਿੱਧਰ ਜਾਣਾ, ਖੈਰ ਚਲੋ ਛੱਡਦੇ ਆ। ਜੇ ਤੇ ਤੁਹਾਡੀ ਟਿੱਪਣੀ ਤੁਸੀਂ ਦੇਣਾ ਚਾਹੋ ਤਾਂ ਮੋਸਟ ਵੈਲਕਮ, ਨਹੀਂ ਤੇ ਹਰਿਆਣੇ ਚ ਅਕਾਲੀ ਪੋਲਿਟਿਕਸ ਨਵੀਂ ਦਿਸ਼ਾ ਲੈ ਰਹੀ ਆ, ਜਗਦੀਸ਼ ਸਿੰਘ ਝੀਂਡਾ ਫਿਰ ਸਰਗਰਮ ਹੋਏ ਨੇ। ਵੈਸੇ ਹਰਿਆਣੇ ਦੇ ਵਿੱਚ ਸਿੱਖ ਲੀਡਰਸ਼ਿਪ ਦੀ ਘਾਟ ਪੰਜਾਬ ਵਾਂਗ ਹੀ ਹੈ, ਉੱਥੇ ਸਿੱਖ ਮੈਨੇਜਮੈਂਟ ਕਮੇਟੀ ਜਿਹੜੀ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਹਰਿਆਣਾ, ਉਹਦੇ ਮਾਮਲੇ ਦੇ ਵਿੱਚ ਵੀ ਇਲੈਕਸ਼ਨ ਲੜਨ ਲਈ ਕੋਈ ਉਹੋ ਜਿਹੇ ਢੰਗ ਦੇ ਗਰੁੱਪ ਸਾਹਮਣੇ ਨਹੀਂ ਸੀ ਆ ਸਕੇ। ਝੀਂਡਾ ਕਿਉਂਕਿ ਪੁਰਾਣੇ ਲੀਡਰ ਆ, ਕਾਂਗਰਸ ਦੇ ਨੇੜੇ ਵੀ ਮੰਨੇ ਜਾਂਦੇ ਰਹੇ ਹੁੱਡਾ ਸਾਹਿਬ ਦੇ, ਸੋ ਜੇ ਉਹ ਸਰਗਰਮੀ ਕਰਦੇ ਆ ਤੇ ਉੱਥੇ ਰਾਜਨੀਤੀ ਵਿੱਚ ਅਕਾਲੀਆਂ ਦਾ ਕਿੰਨਾ ਕੁ ਸਥਾਨ ਹੋਊਗਾ ਪੰਜਾਬ ਵਾਲਿਆਂ ਦਾ?
ਪਹਿਲਾਂ ਤਾਂ ਗੱਲ ਇੰਡੀਆ ਤੇ ਐਨਡੀਏ ਦੀ ਕਰੀਏ। ਮੈਨੂੰ ਲੱਗ ਰਿਹਾ ਕਿ ਦੇਖੋ ਐਨਡੀਏ ਫਿਰ ਵੀ ਇੰਡੀਆ ਨਾਲੋਂ ਬਹੁਤ ਮਜ਼ਬੂਤ ਸਥਿਤੀ 'ਚ ਹਜੇ ਵੀ ਹੈਗਾ, ਚਾਹੇ 10 ਸਾਲਾਂ ਦੀ ਐਂਟੀ ਇਨਕੰਬੈਂਸੀ ਉਹਨਾਂ ਦੇ ਨਾਲ ਹੈ, ਬਟ ਉਹਨਾਂ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਪਾਰਟੀਆਂ ਨੇ ਉਹ ਹਜੇ ਵੀ ਵੱਡੀਆਂ ਪਾਰਟੀਆਂ ਉਹਨਾਂ ਦੇ ਨਾਲ ਹੀ ਨੇ ਤੇ ਉਹਨਾਂ ਨੂੰ ਇੱਧਰ ਉੱਧਰ ਜਾਣ ਦੀ ਕਿਤੇ ਲੋੜ ਵੀ ਨਹੀਂ ਪੈ ਰਹੀ। ਇੰਡੀਆ ਦੇ ਨਾਲ ਬੇਸ਼ੱਕ ਪਾਰਟੀਆਂ ਗਿਣਤੀ ਦੇ ਪੱਖੋਂ ਜ਼ਿਆਦਾ ਹੋ ਸਕਦੀਆਂ ਨੇ, ਬਟ ਇਹਨਾਂ ਦੇ ਆਪਸੀ ਜਿਹੜੇ ਮਤਭੇਦ ਨੇ ਉਹ ਇੰਨੇ ਕੁ ਜ਼ਿਆਦਾ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਇਕਜੁੱਟਤਾ ਦਿਖਾ ਕੇ ਉਹਨਾਂ ਇਲੈਕਸ਼ਨਾਂ 'ਚ ਉਤਰ ਸਕੇਗਾ ਜੀ। ਸੋ ਮੈਨੂੰ ਲੱਗਦਾ ਕਿ ਇੰਡੀਆ ਵਾਲੇ ਜਿੰਨੇ ਵੀ ਸਾਥੀ ਹੈਗੇ ਨੇ ਉਹਨਾਂ ਨੂੰ ਤਾਂ ਜਾਂ ਤਾਂ ਇਹ ਡਿਸਾਈਡ ਕਰਨਾ ਪਏਗਾ ਵੀ ਠੀਕ ਹੈ ਫਿਰ ਆਪਣੀਆਂ ਸੀਟਾਂ ਤੇ ਲੜ ਲਓ, ਬਾਅਦ ਦੇ ਵਿੱਚ ਇਕੱਠੇ ਹੋ ਕੇ ਸਰਕਾਰ ਬਣਾਉਣ ਦੇ ਉੱਤੇ ਆ ਜਾਾਂਗੇ। ਇਹੀ ਇਹਨਾਂ ਕੋਲ ਇੱਕ ਆਪਸ਼ਨ ਰਹਿਣੀ ਹੈ। ਅਦਰਵਾਈਜ਼ ਤੁਸੀਂ ਦੇਖੋ ਨਾ, ਜੋ ਮੈਨੂੰ ਲੱਗ ਰਿਹਾ ਕਿ ਤੁਸੀਂ ਸਥਿਤੀ ਦੇਖੋ ਕਿੱਦਾਂ ਦੀ ਹੋਊਗੀ ਕਿ ਪੰਜਾਬ ਦੇ ਵਿੱਚ ਕਾਂਗਰਸ ਕੀ ਪੂਰੀ ਤਰ੍ਹਾਂ ਸਰੈਂਡਰ ਕਰ ਦੂਗੀ, ਉਹ 3-4 ਸੀਟਾਂ ਤੇ ਸਿਮਟ ਕੇ ਰਹਿਣਾ ਉਹਨੂੰ ਮਨਜ਼ੂਰ ਹੋਏਗਾ 13 ਦੀ ਬਜਾਏ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਜਿਹੜੀ ਇਸ ਟਾਈਮ ਸੱਤਾਧਾਰੀ ਪਾਰਟੀ ਹੈ, 92 ਸੀਟਾਂ ਨੇ ਜਿਹਦੇ ਕੋਲੇ, ਕਿ ਉਹਨੂੰ ਮਨਜ਼ੂਰ ਹੈ ਵੀ ਉਹ ਅੱਧੀਆਂ ਸੀਟਾਂ ਤੇ ਹੀ ਲੜੇ, ਬਾਕੀਆਂ ਨੂੰ ਉਹ ਛੱਡ ਦੇ। ਸੋ ਇਸ ਤਰ੍ਹਾਂ ਦੇ ਮਤਭੇਦ ਕਈ ਥਾਵਾਂ ਤੇ ਨੇ, ਕਈ ਸਟੇਟਾਂ 'ਚ ਅਲੱਗ-ਅਲੱਗ ਪਾਰਟੀਆਂ ਦੇ ਹੋ ਸਕਦੇ ਨੇ। ਕਾਮਰੇਡਾਂ ਦੇ ਜਿਹੜੇ ਹੈਗੇ ਆ ਉਹ ਮਮਤਾ ਬੈਨਰਜੀ ਨਾਲ ਹੋ ਸਕਦੇ ਆ, ਮਤਲਬ ਇਸ ਤਰ੍ਹਾਂ ਬਹੁਤ ਸਾਰੀਆਂ ਪਾਰਟੀ। ਸੋ ਇੱਕ ਤਾਂ ਦਿੱਕਤਾਂ ਉੱਥੇ ਤੇ ਰਹਿਣਗੀਆਂ, ਪਰ ਦੂਜੇ ਪਾਸੇ ਜਿੰਨੀਆਂ ਵੀ ਪਾਰਟੀਆਂ ਇਸ ਟਾਈਮ ਬੀਜੇਪੀ ਨਾਲ ਅਲਾਇੰਸ ਨੇ ਉਹ ਮੈਨੂੰ ਲੱਗਦਾ ਕਿ ਬਹੁਤ ਮਜ਼ਬੂਤ ਸਥਿਤੀ 'ਚ ਨੇ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਬੀਜੇਪੀ ਨੇ ਬਹੁਤ ਸਪੇਸ ਦਿੱਤੀ ਹੋਈ ਆ ਉਹਨਾਂ ਨੂੰ, ਕਿਉਂਕਿ ਬੀਜੇਪੀ ਨੂੰ ਇਹ ਵੀ ਪਤਾ ਵੀ ਸਾਊਥ ਦੇ ਵਿੱਚ ਸਾਡਾ ਕੁਝ ਨਹੀਂ ਹੈਗਾ। ਸਾਊਥ ਦੇ ਵਿੱਚ ਸਾਡੇ ਤੋਂ ਜੋ ਮਰਜ਼ੀ ਲੈ ਲਓ, ਸਾਡਾ ਤਾਂ ਉੱਪਰ ਹੀ ਹੈ, ਜਿਹੜਾ ਹਿੰਦੀ ਬੈਲਟ ਹੈ, ਜਿਹੜੀ ਮੱਧ ਪ੍ਰਦੇਸ਼ ਤੋਂ ਉੱਪਰ ਦੀ ਬੈਲਟ ਹੈ, ਇਸ ਦੇ ਵਿੱਚ ਹੀ ਉਹਨਾਂ ਦਾ ਆਧਾਰ ਹੈ ਤੇ ਉਸ ਤੇ ਉਹ ਮਤਲਬ ਕਿਸੇ ਨਾਲ ਜ਼ਿਆਦਾ ਕਰ ਨਹੀਂ ਰਹੇ, ਫੁੱਲ ਫਲੈਸ਼ਡ ਯਾਨੀ ਕਿ ਖੁਦ ਹੀ ਲੜ ਰਹੇ ਸਾਰੀਆਂ ਸੀਟਾਂ ਤੇ। ਸੋ ਉੱਥੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਇਸ ਕਰਕੇ ਪੋਜੀਸ਼ਨ ਉਹਨਾਂ ਦੀ ਬੈਟਰ ਹੈ ਹਜੇ ਵੀ, ਅੱਜ ਦੀ ਡੇਟ 'ਚ ਵੀ। ਔਰ ਉਹਨਾਂ ਨੂੰ ਇਹ ਵਾਰਾ ਵੀ ਖਾਂਦਾ ਹੈ ਵੀ ਜੇ ਇੰਡੀਆ ਦੀਆਂ ਪਾਰਟੀਆਂ ਅਲੱਗ-ਅਲੱਗ ਤੌਰ ਤੇ ਲੜਨ, ਯਾਨੀ ਕਿ ਜਿਹੜੀ ਓਪੋਜੀਸ਼ਨ ਦੀ ਵੋਟ ਹੈ ਉਹਨੂੰ ਇੰਨੀ ਕੁ ਜ਼ਿਆਦਾ ਹਿੱਸਿਆਂ 'ਚ ਵੰਡ ਦਿਓ ਕਿ 32% ਵੀ ਅਗਰ ਵੋਟ ਇਹਨਾਂ ਕੋਲੇ ਆ ਜੇ ਕਿ ਇੰਡੀਆ ਕੋਲੇ ਤੇ ਐਨਡੀਏ ਕੋਲੇ ਤੇ 68% ਉਹਨਾਂ ਕੋਲੇ ਵੀ ਚਲੀ ਜਾਏ ਤਾਂ ਵੀ ਇਹ ਜਿੱਤਦੇ ਨੇ, ਮਤਲਬ ਇਸ ਤਰ੍ਹਾਂ ਦੀ ਵੰਡ ਦੇ ਵਿੱਚ। ਸੋ ਇਹ ਚੀਜ਼ਾਂ ਤਾਂ ਉਹ ਕਰਨਗੇ ਹੀ ਕਰਨਗੇ। ਦੂਜੀ ਤੁਸੀਂ ਹੁਣ ਗੱਲ ਕੀਤੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਦੀ, ਉੱਥੇ ਬਿਗਲ ਵੱਧ ਚੁੱਕਿਆ, ਵੋਟਾਂ ਬਣਨ ਦਾ ਕੰਮ ਬੜਾ ਲਗਾਤਾਰ ਜਾਰੀ ਹੈ। ਪਰ ਹਾਂ, ਜਿਹੜੀ ਤੁਸੀਂ ਗੱਲ ਕੀਤੀ ਹੈ ਲੀਡਰਸ਼ਿਪ ਦੀ, ਹਰਿਆਣੇ ਦੇ ਵਿੱਚ ਦੇਖੋ ਇਹ ਲੀਡਰਸ਼ਿਪ ਦੀ ਘਾਟ ਨਜ਼ਰ ਆ ਰਹੀ ਹੈ। ਜਦੋਂ ਤੋਂ ਉਹਨਾਂ ਦੀ ਕਮੇਟੀ ਬਣੀ ਹੈ ਉਦੋਂ ਤੋਂ ਹੀ ਪਤਾ ਨਹੀਂ ਕਿੰਨੀ ਵਾਰੀ ਮਤਲਬ ਉਹ ਟੁੱਟ ਕੇ ਅਸਤੀਫੇ ਦੇ ਕੇ ਇੱਧਰ ਉੱਧਰ ਦੀਆਂ ਗੱਲਾਂ ਚੱਲ ਰਹੀਆਂ ਨੇ, ਹਜੇ ਤੱਕ ਵੀ ਕੋਈ ਇਕਜੁੱਟਤਾ ਦਿਖਾਈ ਨਹੀਂ ਦੇ ਰਹੀ। ਹਾਂ, ਦੂਜੀ ਗੱਲ ਜਿਹੜੀ ਤੁਸੀਂ ਜਗਦੀਸ਼ ਸਿੰਘ ਝਿੰਡਾ ਹੋਰਾਂ ਦੀ ਕੀਤੀ, ਦੇਖੋ ਜੇ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਨ ਤੱਕ ਦਾ ਸਫ਼ਰ ਦੇਖੀਏ, ਉਹ ਸਾਰਾ ਸਫ਼ਰ ਜਿਹੜਾ ਹੈ ਜਗਦੀਸ਼ ਸਿੰਘ ਝਿੰਡਾ ਤੇ ਦੀਦਾਰ ਸਿੰਘ ਨਲਵੀ ਹੋਰਾਂ ਨੇ ਹੀ ਕੀਤਾ। ਅੱਜ ਠੀਕ ਹੈ, ਇੱਕ ਤਾਂ ਏਜ ਦਾ ਵੀ ਸਵਾਲ ਹੁੰਦਾ, ਹੁਣ ਏਜ ਵੀ ਉਹਨਾਂ ਦੀ ਕਾਫੀ ਹੋ ਗਈ ਹੈ, ਹੋ ਸਕਦਾ ਹੈ ਕਿ ਉਨੀ ਜਿਹੜੀ ਸਕਰੀਤਾ ਉਹ ਨਹੀਂ ਦਿਖਾ ਪਾ ਰਹੇ ਹੁਣ ਉੱਥੇ, ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਅਜੇ ਵੀ ਲੋਕਾਂ ਦੇ ਵਿੱਚ ਉਹਨਾਂ ਦੀ, ਜਿਹੜੇ ਹਰਿਆਣੇ ਦੇ ਲੋਕ ਨੇ ਉਹਨਾਂ 'ਚ ਉਹਨਾਂ ਦੀ ਪੋਪੂਲੈਰਿਟੀ ਹੈਗੀ ਹੈ। ਜੇ ਉਹ ਇਕਜੁੱਟ ਹੋ ਕੇ ਲੜਨ ਤਾਂ ਮੈਨੂੰ ਲੱਗਦਾ ਕਿ ਸੀਟ ਆਪਣੀ ਕਮੇਟੀ ਬਣਾ ਸਕਦੇ ਆ ਉੱਥੇ। ਹਾਂ ਬਿਲਕੁਲ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਹਰਿਆਣੇ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਸੰਕਟ ਹੀ ਹੈ ਕਿ ਕਿਹਦੀ ਅਗਵਾਈ 'ਚ ਇਲੈਕਸ਼ਨ ਲੜੀ ਜਾਵੇ। ਸਮੂਹਿਕ ਤੌਰ ਤੇ ਜਦੋਂ ਵੀ ਜਿੰਨੇ ਵੀ ਬੰਦੇ ਪਿੱਛੇ ਇਕੱਠੇ ਹੋਏ ਆ ਉਹਨਾਂ ਦੇ ਵਿੱਚ ਮਤਭੇਦ ਦੇਖੇ ਗਏ ਆ। ਹੁਣ ਤੱਕ ਇੱਕ ਤੋਂ ਵੱਧ ਵਾਰੀ ਐਡਹੌਕ ਕਮੇਟੀਆਂ ਬਣੀਆਂ, ਕੋਈ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਔਰ ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਇੱਕ ਦੂਜੇ ਦੇ ਗਲ ਪੈਣ ਨੂੰ ਸਾਰੇ ਤਿਆਰ ਰਹਿੰਦੇ ਆ। ਤੇ ਐਸੀ ਸਥਿਤੀ ਦੇ ਵਿੱਚ ਹਰਿਆਣੇ 'ਚ ਤੁਰੰਤ ਇਲੈਕਸ਼ਨ ਹੋ ਜੇ ਤੇ ਕੋਈ ਖਾਸ ਤਰ੍ਹਾਂ ਦੀ ਧਾਰਾ ਜਿੱਤ ਕੇ ਆ ਜੇ, ਇਹਦੀ ਅਣਹੋਂਦ ਸੀ। ਬੀਜੇਪੀ ਨੂੰ ਵੀ ਲੱਗਦਾ ਹੈ ਕਿ ਕਿਹਦੇ ਉੱਤੇ ਭਰੋਸਾ ਕਰੀਏ, ਉਹਨਾਂ ਨੇ ਇੱਕ ਤੋਂ ਵੱਧ ਵਾਰੀ ਲੀਡਰਾਂ ਨੂੰ ਅੱਗੇ ਲਾ ਕੇ ਦੇਖ ਲਿਆ, ਉਹਨਾਂ ਦੀ ਗੱਲ ਬਣੀ ਨਹੀਂ। ਤੇ ਜਿਹੜੇ ਉੱਥੇ ਕਾਂਗਰਸ ਹੈ, ਹੁੱਡਾ ਸਾਹਿਬ ਨੇ, ਉਹਨਾਂ ਦੇ ਨਾਲ ਜੁੜੇ ਇਹ ਬੰਦੇ ਜੇ ਇੱਕ ਵਾਰੀ ਫਿਰ ਸਰਗਰਮ ਹੋ ਜਾਂਦੇ ਆ ਤਾਂ ਅਕਾਲੀ ਦਲ ਨੂੰ ਪੰਜਾਬ 'ਚੋਂ ਜਾ ਕੇ ਕਿੰਨੀ ਕੁ ਸਪੇਸ ਮਿਲਦੀ ਆ। ਇਹਨਾਂ ਦਾ ਚਿਹਰਾ ਉੱਥੇ ਕੌਣ ਹੋਵੇਗਾ ਜਿਹੜਾ ਲੋਕਾਂ ਨੂੰ ਪ੍ਰਵਾਨਿਤ ਹੋਵੇ? ਉੱਥੇ ਜਾ ਕੇ ਸਟੈਂਡ ਕੀ ਲੈਣਗੇ? ਕਿ ਉੱਥੇ ਜਾ ਕੇ ਇਹ ਕਹਿਣਗੇ ਕਿ ਅਸੀਂ ਇਹ ਹਰਿਆਣਾ ਕਮੇਟੀ ਦੀ ਇਲੈਕਸ਼ਨ ਲੜਨ ਆਏ ਆ ਕਿਉਂਕਿ ਅਸੀਂ ਹੁਣ ਇਹਨੂੰ ਮਾਨਤਾ ਦਿੱਤੀ ਹੈ, ਜਾਂ ਉਹ ਇਹ ਕਹਿਣਗੇ ਕਿ ਸਾਨੂੰ ਤੁਸੀਂ ਵੋਟਾਂ ਪਾਓ ਤੇ ਅਸੀਂ ਇੱਕ ਵਾਰੀ ਫਿਰ ਇਸ ਮਾਮਲੇ ਨੂੰ ਪਾਰਲੀਮੈਂਟ 'ਚ ਲੈ ਕੇ ਜਾਈਏ ਤੇ ਤੁਸੀਂ ਇਹਨੂੰ ਐਸਸੀਪੀਸੀ ਦੇ ਨਾਲ ਜੋੜ ਕੇ ਰੱਖੋ। ਹੁਣ ਮੁੱਦਾ ਇਹ ਵੀ ਹੈ ਕਿ ਹਰਿਆਣੇ ਦੇ ਲੋਕ ਵੋਟਾਂ ਪਾ ਦੇਣਗੇ ਕਿ ਅਸੀਂ ਫਿਰ ਐਸਸੀਪੀਸੀ ਨਾਲ ਜੁੜਨਾ ਚਾਹੁੰਦੇ ਹਾਂ। ਅਕਾਲੀ ਦਲ ਲਈ ਵੱਡਾ ਸੰਕਟ ਹੈ, ਪਰ ਆਉਂਦੇ ਦਿਨ ਕਾਫੀ ਰੌਚਕ ਹੋਣਗੇ ਕਿ ਜੇ ਇਲੈਕਸ਼ਨ ਅਨਾਉਂਸ ਹੋ ਜਾਂਦੀ ਹੈ ਤੇ ਪ੍ਰਚਾਰ ਮੁਹਿੰਮ ਕਿਹੋ ਜਿਹੀ ਹੋਊਗੀ, ਕੌਣ ਕੀ ਬੋਲੇਗਾ,
ਕਿਹਦੀ ਅਗਵਾਈ 'ਚ ਇਲੈਕਸ਼ਨ ਕੌਣ ਲੜ ਰਿਹਾ ਇਹ ਵੀ ਦੇਖਣਾ ਅਹਿਮ ਹੋਊਗਾ, ਕਿਹੜੇ ਗਰੁੱਪ ਦੀ ਕੌਣ ਅਗਵਾਈ ਕਰਦਾ। ਭਾਸਕਰ ਸਾਹਿਬ, ਇੰਦਰਪ੍ਰੀਤ ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਧੰਨਵਾਦ ਜੀ। ਓਕੇ ਜੀ।